ब्रेक तो बाद एक बार फिर तो स्वागत है। मेरा साथ दे रहे ने अजीत जी, दिलराज जी, सबदीश जी ਅਤੇ ਸੀਪੀ ਸਿੰਘ ਜੀ। ਤੁਹਾਡੇ ਸਭ ਦਾ ਵੀ ਇੱਕ ਵਾਰ ਫਿਰ ਤੋਂ ਸਵਾਗਤ ਹੈ। ਧੰਨਵਾਦ ਜੀ। ਧੰਨਵਾਦ ਜੀ। ਗੱਲਬਾਤ ਸ਼ੁਰੂ ਕਰਾਂਗੇ ਨੋਟਬੰਦੀ ਤੋਂ। ਨੋਟਬੰਦੀ ਮੈਂ ਜ਼ਿਆਦਾ ਹਿਸਟਰੀ ਜਾਂ ਨੋਟਬੰਦੀ ਕਿਦਾਂ ਤੋਂ ਲਾਗੂ ਕੀਤੀ ਸੀ ਉੱਤੇ ਨਹੀਂ ਜਾਊਂਗਾ, ਪਰ ਨੋਟਬੰਦੀ ਜੋ ਕਿ ਇੱਕ ਬੜਾ ਹੀ ਇੰਪੋਰਟੈਂਟ ਅਤੇ ਬੋਲਡ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਆ ਗਿਆ ਸੀ। 50 ਦਿਨ ਮੰਗੇ ਗਏ ਸੀ, ਈਵਨ ਦੋ ਕਿ ਕਈ ਸ਼ਰਤਾਂ ਜਾਂ ਕਈ ਰੂਲਸ ਚੇਂਜ ਹੋਏ ਇਹਦੇ ਵਿੱਚ, ਪਰ ਬਾਰ-ਬਾਰ ਬੀਜੇਪੀ ਗਵਰਨਮੈਂਟ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਹੀ ਕਿਹਾ ਜਾ ਰਿਹਾ ਹੈ ਕਿ 31 ਦਸੰਬਰ ਤੱਕ ਦਾ ਸਮੇਂ ਸਾਨੂੰ ਦੇ ਦਿੱਤਾ ਜਾਵੇ। ਕੁਝ 2 ਜਾਂ 3 ਦਿਨ ਹੀ ਬਚੇ ਆ ਤੇ ਦੂਜੇ ਪਾਸੇ ਅਪੋਜੀਸ਼ਨ ਪਾਰਟੀਆਂ ਵੀ ਕਾਫੀ ਉਤਾਵਲੀਆਂ ਨੇ, ਕਿਉਂਕਿ ਅਪੋਜੀਸ਼ਨ ਪਾਰਟੀਆਂ ਦੀ ਜੇ ਗੱਲ ਕਰੀਏ ਉਹਨਾਂ ਦੇ ਮੁਤਾਬਿਕ ਹਾਲਾਤ ਸੁਧਰਦੇ ਨਹੀਂ ਨਜ਼ਰ ਆ ਰਹੇ। ਦੂਜੇ ਪਾਸੇ ਪ੍ਰਧਾਨ ਮੰਤਰੀ ਬਾਰ-ਬਾਰ ਇਹੀ ਵਾਅਦੇ ਕਰ ਰਹੇ ਨੇ ਕਿ 2-3 ਦਿਨ ਦਿੱਤੇ ਜਾਣ। ਬਲੈਕ ਮਨੀ ਤੋਂ ਕਰਪਸ਼ਨ ਤੋਂ ਡਿਜੀਟਲ ਮਨੀ ਜਾਂ ਫਿਰ ਕੈਸ਼ਲੈਸ ਇਕਨੋਮੀ ਦੀ ਗੱਲਾਂ ਕੀਤੀਆਂ ਜਾ ਰਹੀਆਂ ਸੀ ਬੀਜੇਪੀ ਵੱਲੋਂ। ਮੁੱਦੇ ਤੇ ਜਾਣ ਤੋਂ ਪਹਿਲਾਂ ਥੋੜੀ ਜਿਹੀ ਮੈਂ ਅਪਡੇਟ ਜ਼ਰੂਰ ਲਵਾਂਗਾ ਆਪਣੇ ਸਾਥੀਆਂ ਤੋਂ ਜੋ ਕਿ ਇੰਡੀਆ ਤੋਂ ਸਾਡੇ ਨਾਲ ਜੁੜੇ ਨੇ, ਸੀਪੀ ਸਿੰਘ ਜੀ, ਦਿਲਰਾਜ ਜੀ ਅਤੇ ਸਬਦੀਸ਼ ਜੀ। ਮੈਂ ਚਾਹੂੰਗਾ ਤੁਸੀਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨਾਲ ਆਪਣੇ ਖੁਦ ਦੇ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਕਿ ਕੀ ਰੀਅਲ ਪੋਜੀਸ਼ਨ ਆ ਗਰਾਊਂਡ ਲੈਵਲ ਤੇ, ਕੀ ਪੈਸੇ ਦੀ ਕਮੀ ਅਜੇ ਵੀ ਹੈਗੀ ਆ ਜਾਂ ਫਿਰ ਪੈਸਾ ਜਿੱਦਾਂ ਪਹਿਲਾਂ ਸੀ ਉਦਾਂ ਹੀ ਅਵੇਲੇਬਲ ਆ। ਸ਼ੁਰੂ ਕਰਦੇ ਆ ਦਿਲਰਾਜ ਸਿੰਘ ਜੀ ਤੋਂ। ਹਰਪ੍ਰੀਤ ਜੀ, 8 ਨਵੰਬਰ 2016 ਤੋਂ ਨੋਟਬੰਦੀ ਲਾਗੂ ਹੋਈ। ਦਿੱਕਤਾਂ ਆਈਆਂ, ਪਰੇਸ਼ਾਨੀਆਂ ਆਈਆਂ। ਏਟੀਐਮਾਂ ਦੇ ਵਿੱਚ ਪੈਸਾ ਨਹੀਂ ਸੀ, ਬੈਂਕਾਂ ਦੇ ਵਿੱਚ ਪੈਸਾ ਨਹੀਂ ਸੀ, ਲੰਬੀਆਂ ਲਾਈਨਾਂ ਸੀ। ਪਰ ਯਕੀਨ ਮੰਨੋ ਅੱਜ ਦੀ ਡੇਟ ਵਿੱਚ ਅੱਜ 28 ਦਸੰਬਰ ਹੋ ਗਈ ਹੈ, ਆਲਮੋਸਟ 40-45 ਦਿਨ ਨੋਟਬੰਦੀ ਨੂੰ ਹੋ ਚੁੱਕੇ ਨੇ। ਕਾਫੀ ਹੱਦ ਤੱਕ ਜਿਹੜੀਆਂ ਲੋਕਾਂ ਨੂੰ ਦਿੱਕਤਾਂ ਸੀ ਉਹ ਸੌਟ ਆਊਟ ਹੋ ਗਈ ਹੈ। ਏਟੀਐਮਾਂ ਦੇ ਵਿੱਚ ਪੈਸਾ ਅਵੇਲੇਬਲ ਹੈ, ਚਾਹੇ ਸ਼ਹਿਰ ਹੋਵੇ ਚਾਹੇ ਪਿੰਡ ਹੋਵੇ। ਬੈਂਕਾਂ ਦੇ ਵਿੱਚ ਪੈਸਾ ਅਵੇਲੇਬਲ ਹੈ, ਚਾਹੇ ਸ਼ਹਿਰ ਹੋਵੇ ਚਾਹੇ ਪਿੰਡ ਹੋਵੇ, ਪਰ ਓਨਾ ਹੀ ਅਵੇਲੇਬਲ ਹੈ ਜਿੰਨੀ ਲਿਮਿਟ ਸਰਕਾਰ ਨੇ ਰੱਖੀ ਹੋਈ ਹੈ। ਪਰ ਜਿਹੜੀਆਂ ਪਹਿਲੇ ਦਿੱਕਤਾਂ ਆਉਂਦੀਆਂ ਪਈਆਂ ਸੀਗੀਆਂ ਉਹ ਦਿੱਕਤਾਂ ਹੁਣ ਬਹੁਤ ਪਿੱਛੇ ਰਹਿ ਗਈਆਂ। ਅੱਜ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਜਿਹੜੀਆਂ ਲੰਬੀਆਂ ਲਾਈਨਾਂ ਸੀਗੀਆਂ ਜਿਹਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਲੋਕੀ ਕੰਮ ਕਰਨਗੇ ਲਾਈਨਾਂ 'ਚ ਲੱਗਣ, ਉਹਦੇ ਵਿੱਚ ਉਹ ਕਤਾਰਾਂ ਬਹੁਤ ਛੋਟੀਆਂ ਹੋ ਗਈਆਂ। ਜਿਹੜੀਆਂ ਦਿੱਕਤਾਂ ਸੀਗੀਆਂ, ਦਿੱਕਤਾਂ ਵਾਲਾ ਟਾਈਮ ਨਿਕਲ ਗਿਆ ਵਾ, ਕਾਫੀ ਹੱਦ ਤੱਕ ਰੈਗੂਲਰ ਹੋ ਚੁੱਕਾ। ਪਰ ਹਾਂ, ਆਪਾਂ ਏਦਾਂ ਵੀ ਨਹੀਂ ਕਹਿ ਸਕਦੇ ਕਿ 8 ਨਵੰਬਰ ਤੋਂ ਪਹਿਲੇ ਜਿੱਦਾਂ ਦੇ ਹਾਲਾਤ ਸੀਗੇ ਕਿ ਜਦੋਂ ਮਰਜ਼ੀ ਜਾਓ, ਜਿਹੜੇ ਮਰਜ਼ੀ ਟਾਈਮ ਜਿਹੜੇ ਮਰਜ਼ੀ ਏਟੀਐਮ 'ਚ ਜਾਓ, ਕਾਰਡ ਪਾਇਆ ਤੇ ਪੈਸੇ ਕਢਾ ਲਏ, ਉੱਦਾਂ ਵੀ ਨਹੀਂ ਹੈਗਾ। ਪਰ ਹਾਂ, ਕਾਫੀ ਹੱਦ ਤੱਕ ਲੋਕਾਂ ਦੇ ਹੁਣ ਜਿਹੜੇ ਡੇ ਟੂ ਡੇ ਐਕਟੀਵਿਟੀ ਵਾਲੀ ਪੈਸੇ ਚਾਹੀਦੇ ਹੁੰਦੇ ਆ ਉਹ ਪੂਰੇ ਹੋਣੇ ਸ਼ੁਰੂ ਹੋ ਗਏ ਆ। ਅੱਜ ਜੇ ਮੈਂ ਚਾਹੁੰਦਾ ਵਾ ਪੈਸੇ ਕਢਾਉਣ ਤੇ ਹਾਰਡਲੀ 2 ਜਾਂ 3 ਬੰਦੇ ਲਾਈਨ 'ਚ ਹੋਣਗੇ। ਸ਼ਾਇਦ ਲਾਈਨ 'ਚ ਦਿਲਰਾਜ ਸਿੰਘ ਜੀ ਦੀ ਕੁਝ ਦਿੱਕਤ ਆ ਰਹੀ ਹੈ। ਸੀਪੀ ਸਿੰਘ ਜੀ। ਬਿਲਕੁਲ ਹਰਪ੍ਰੀਤ ਜੀ, ਦੇਖੋ ਜਿਵੇਂ ਦਿਲਰਾਜ ਜੀ ਕਹਿ ਰਹੇ ਸੀਗੇ 8 ਨਵੰਬਰ ਤੋਂ ਲੈ ਕੇ ਅੱਜ ਤੱਕ ਅਗਰ ਅਸੀਂ ਸੀਨ ਦੇਖੀਏ ਤਾਂ ਬਹੁਤ ਇੰਪਰੂਵਮੈਂਟ ਹੋ ਗਈ ਹੈ। ਪਰਸਨਲ ਮੈਂ ਆਪਣਾ ਇੱਕ ਦੱਸਦਾ, ਪਰਸਨਲ ਐਕਸਪੀਰੀਅੰਸ ਹੈ ਮੇਰਾ। ਕੱਲ ਮੈਂ ਇੱਕ ਬੈਂਕ ਦੇ ਵਿੱਚ ਗਿਆ, ਉੱਥੇ ਲਾਈਨ ਜ਼ਰੂਰ ਸੀ ਲੇਕਿਨ ਸਿਰਫ 2 ਜਾਂ 3 ਬੰਦੇ ਸੀਗੇ। कृपया थोड़ी देर बाद कोशिश करें। ਮੈਨੂੰ ਡਿਸਟਰਬੈਂਸ ਆ ਰਹੀ ਹੈ। ਮੈਂ ਟੈਕਨੀਕਲ ਟੀਮ ਨੂੰ ਜ਼ਰੂਰ ਕਹੂੰਗਾ ਥੋੜੀ ਜਿਹੀ ਲਾਈਨ 'ਚ ਡਿਸਟਰਬੈਂਸ ਆ ਰਹੀ ਹੈ, ਦੇ ਸ਼ੁਡ ਮਸਟ ਚੈੱਕ। ਸਬਦੀਸ਼ ਜੀ। ਜੀ ਹਰਪ੍ਰੀਤ ਜੀ, ਹੁਣ ਠੀਕ ਹੈ ਜੀ, ਪਲੀਜ਼ ਗੋ ਹੈਡ। ਹਰਪ੍ਰੀਤ ਜੀ, ਮੈਂ ਪਿਛਲੇ ਜੀ ਉੱਥੇ 12-15 ਦਿਨਾਂ ਦਾ ਪ੍ਰੋਗਰਾਮ ਸ਼ਿਮਲਾ ਤੋਂ ਦਿੱਤਾ। ਜੇ ਮੈਂ ਸ਼ਿਮਲੇ ਤੇ ਚੰਡੀਗੜ੍ਹ ਦਾ ਇੱਕ ਦੂਜੇ ਦੇ ਨਾਲ ਮੁਕਾਬਲਾ ਕਰਕੇ ਗੱਲ ਕਰਾਂ ਤਾਂ ਸ਼ਿਮਲੇ ਦੇ ਵਿੱਚ ਮੈਨੂੰ ਉਨੀਆਂ ਲੰਬੀਆਂ ਲਾਈਨਾਂ 15 ਦਿਨ ਪਹਿਲਾਂ ਵੀ ਨਜ਼ਰ ਨਹੀਂ ਆਈਆਂ ਜਿੰਨੀਆਂ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਹੀਆਂ ਸੀ। ਏਟੀਐਮ ਦੇ ਉੱਤੋਂ ਪੈਸੇ ਉੱਥੇ ਆਸਾਨੀ ਨਾਲ ਨਿਕਲ ਰਹੇ ਸੀ, ਪਰ ਜਿਹੜੀਆਂ ਦਿੱਕਤਾਂ ਬੇਸਿਕਲੀ ਸਟਿਲ ਵੀ ਕੰਮ ਕਰਦੀਆਂ ਨੇ ਉਹਨਾਂ ਦੇ ਵਿੱਚ ਇੱਕ ਦਿੱਕਤ ਇਹ ਵੀ ਹੈ ਕਿ ਲੋਕੀ ਸ਼ਿਮਲਾ ਦੇ ਵਿੱਚ ਵੀ ਉਹ ਇਸ ਗੱਲ ਤੋਂ ਬਹੁਤ ਦੁਖੀ ਸੀ ਕਿ ਨੋਟਬੰਦੀ ਕਰਕੇ ਟੂਰਿਸਟ ਬਹੁਤ ਇਸ ਵਾਰ ਘੱਟ ਆਏ ਨੇ। ਦੂਸਰੀ ਵਜ੍ਹਾ ਉਹਦੀ ਇਹ ਵੀ ਬਣੀ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਹਾਲੇ ਠੰਡ ਉਤਰੀ ਨਹੀਂ ਸੀ, ਬਰਫ਼ ਵੀ ਨਹੀਂ ਸੀ ਪਈ, ਉਸ ਗੱਲ ਨੇ ਵੀ ਟੂਰਿਸਟ ਘਟਾਏ ਹੋਏ ਸੀ। ਤੇ ਜਿਹੜੇ ਬਾਜ਼ਾਰਾਂ ਦੇ ਵਿੱਚ ਜਦੋਂ ਅਸੀਂ ਕੋਈ ਨਿਕਲਦੇ ਸੀ
ਥੋੜੀ ਬਹੁਤੀ ਖਰੀਦੋ ਫਰੋਖਤ ਕਰਨ ਲਈ, ਤਾਂ ਉਦੋਂ ਬਹੁਤ ਸਾਰੀਆਂ ਉਹ ਦੁਕਾਨਾਂ ਸੀ ਜਿਹੜੀਆਂ ਸਟਿਲ ਵੀ ਨਗਦ ਲੈਂਦੀਆਂ ਸੀ ਤੇ ਸਾਨੂੰ 2500 ਤੋਂ ਬਾਅਦ ਨਗਦ ਦਾ ਪ੍ਰਬੰਧ ਕਿਸੇ ਹੋਰ ਤਰੀਕੇ ਦੇ ਨਾਲ ਕਰਨਾ ਪੈਂਦਾ ਸੀ। ਮੈਂ ਉਸ ਡਿਟੇਲ 'ਚ ਨਹੀਂ ਜਾਂਦਾ ਕਿਵੇਂ ਕਰਨਾ ਪੈਂਦਾ ਸੀ, ਮੈਂ 15 ਦਿਨ ਉੱਥੇ ਕਿਉਂ ਰਿਹਾ ਇਸ ਗੱਲ 'ਚ ਵੀ ਮੈਂ ਨਹੀਂ ਜਾਂਦਾ। ਸਿਰਫ ਇੰਨਾ ਕਹਾਂਗਾ ਕਿ ਉਹ ਮੇਰੇ ਥੀਏਟਰ ਨਾਲ ਸੰਬੰਧਿਤ ਮਾਮਲਾ ਸੀ, ਉੱਥੇ ਇੱਕ ਵਰਕਸ਼ਾਪ ਸੀ ਜਿਹਦੇ ਮੈਂ ਉੱਥੇ ਗਿਆ ਹੋਇਆ ਸੀ। ਦੂਸਰੀ ਗੱਲ ਜਿਹੜੀ ਸਮਝਣ ਵਾਲੀ ਇਹ ਆ ਗਈ ਕਿ ਜੇ ਅਸੀਂ ਇਹ ਕਹੀਏ ਕਿ ਨੋਟਬੰਦੀ ਤੋਂ ਬਾਅਦ ਹਾਲਾਤ ਬਿਲਕੁਲ ਸਾਵੇਂ ਤੇ ਸੁਖਾਵੇਂ ਹੋ ਚੁੱਕੇ ਨੇ, ਉਹ ਬਿਲਕੁਲ ਜਸਟੀਫਾਈਡ ਨਹੀਂ ਹੋਏਗਾ। ਹੁਣ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਓਨੀਆਂ ਲੰਬੀਆਂ ਲਾਈਨਾਂ ਨਹੀਂ ਮਿਲਦੀਆਂ, ਪਰ ਤੁਹਾਨੂੰ ਹਾਲੇ ਵੀ ਜਿਹੜੇ ਛੋਟੇ ਨੋਟ ਨਹੀਂ ਮਿਲਦੇ ਉਹਦੀ ਦਿੱਕਤ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ। ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਸ਼ਾਇਦ ਰੇਅਰ ATM ਹੈ ਜਿੱਥੇ 500 ਦਾ ਨੋਟ ਮਿਲਦਾ, 100 ਦਾ ਨੋਟ ਤਾਂ ਬਹੁਤ ਹੀ ਰੇਅਰ ਕਿਸਮ ਦਾ ਮਿਲਦਾ, ਔਰ ਬਹੁਤੀ ਵਾਰੀ ਤੁਹਾਨੂੰ 2500 ਤੁਸੀਂ ਭਰਦੇ ਹੋ, ਤੁਹਾਨੂੰ ਬਦਲ ਕੇ 2000 ਭਰਨਾ ਪੈਂਦਾ ਔਰ ਤੁਹਾਨੂੰ 2000 ਦਾ ਨੋਟ ਮਿਲ ਜਾਂਦਾ। ਔਰ 2000 ਦਾ ਨੋਟ ਮੁੜ ਕੇ ਜਿਵੇਂ ਤੁਹਾਨੂੰ ਪਤਾ ਹੀ ਹੈ, ਸਭ ਨੂੰ ਪਤਾ, ਕਹਿਣ ਦੀ ਜ਼ਰੂਰਤ ਨਹੀਂ, ਉਹ ਤੁਹਾਡੇ ਲਈ ਮੁੜ ਕੇ ਕਾਬਲੇ ਦਿੱਕਤ ਬਣ ਜਾਂਦਾ। ਇਹ ਪ੍ਰੋਬਲਮ ਸਟਿਲ ਵੀ ਬਣੀ ਹੋਈ ਹੈ। ਸਰਕਾਰ ਨੇ ਬੇਸ਼ੱਕ ਕਹਿ ਰੱਖਿਆ ਕਿ ਤੁਸੀਂ ਹਫ਼ਤੇ ਦੇ ਵਿੱਚ ਪੈਸੇ ਕਢਵਾ ਸਕਦੇ ਹੋ 24,000, ਪਰ 24,000 ਰੁਪਏ ਹਫ਼ਤੇ ਦੇ ਵਿੱਚ ਜੇ ਤੁਸੀਂ ਬੈਂਕ ਜਾ ਕੇ ਕਢਵਾਉਣਾ ਚਾਹੋ ਤਾਂ ਬੈਂਕ ਵਾਲੇ ਤੁਹਾਨੂੰ ਜ਼ਰੂਰ ਬੇਨਤੀ ਕਰਦੇ ਆ ਕਿ ਮਿਹਰਬਾਨੀ ਕਰਕੇ ਤੁਸੀਂ 12 ਕਢਵਾ ਲਓ, ਤੁਸੀਂ 10 ਕਢਵਾ ਲਓ, ਅਸੀਂ ਸਾਰੇ ਕਸਟਮਰ ਨੂੰ ਇੰਨੇ ਪੈਸੇ ਨਹੀਂ ਦੇ ਸਕਦੇ। ਇਹਦੇ ਚੋਂ ਇੱਕ ਗੱਲ ਤਾਂ ਜ਼ਰੂਰ ਕਲੀਅਰ ਹੋ ਜਾਂਦੀ ਹੈ ਕਿ ਸਰਕਾਰ ਨੇ ਜਿੰਨੀ ਤਿਆਰੀ ਦੇ ਨਾਲ ਕੰਮ ਕਰਨਾ ਚਾਹੀਦਾ ਸੀ, 50 ਦਿਨ ਮੰਗਣ ਵੇਲੇ ਵੀ ਸ਼ਾਇਦ ਮੋਦੀ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹ 50 ਦਿਨਾਂ ਦੇ ਵਿੱਚ ਪੂਰੀ ਦੀ ਪੂਰੀ ਕਰੰਸੀ ਛਾਪ ਕੇ ਜਿੰਨੀ ਲੋੜੀਂਦੀ ਹੈਗੀ ਜਾਂ ਪ੍ਰੈਕਟੀਕੇਬਲ ਹੈਗੀ ਉਹ ਲੋਕਾਂ ਤੱਕ ਪੁੱਜਦੀ ਕਰ ਦੇਣਗੇ। ਇਸ ਦਿੱਕਤ ਤੋਂ ਜੇ ਕੋਈ ਇਨਕਾਰ ਕਰਦਾ ਤਾਂ ਮੈਂ ਸਮਝਦਾ ਉਹ ਆਊਟ ਆਫ ਦੀ ਵੇ ਜਾ ਕੇ ਮੋਦੀ ਦੀ ਮਦਦ ਕਰਦਾ ਹੋਏਗਾ। ਦੂਜੀ ਗੱਲ ਜਿਹੜੀ ਇੱਕ ਗੱਲ ਸਾਬਤ ਹੋਈ ਕਿ ਜੇ ਮੋਦੀ ਸਾਹਿਬ ਇਸ ਮਾਮਲੇ ਦੇ ਵਿੱਚ ਫੇਲ ਹੋਏ ਨੇ, ਉਹਨਾਂ ਦਾ ਪੂਰਾ ਤੰਤਰ ਫੇਲ ਹੋਇਆ ਵਾ। ਮੋਦੀ ਕੁਝ ਬਿਆਨ ਦਿੰਦੇ ਨੇ, ਜੇਤਲੀ ਸਾਹਿਬ ਬਾਅਦ ਦੇ ਵਿੱਚ ਕੁਝ ਬਿਆਨ ਦਿੰਦੇ ਨੇ, RBI ਕੁਝ ਬਿਆਨ ਦਿੰਦੀ ਆ, ਮੁੜ ਕੇ RBI ਨੂੰ ਪਿੱਛੇ ਹਟਣਾ ਪੈਂਦਾ। BBC ਦੀ ਇੱਕ ਰਿਪੋਰਟ ਮੈਂ ਪਿਛਲੇ 8 ਦਿਨ ਪਹਿਲਾਂ ਪੜ੍ਹੀ ਸੀ ਜਿਹਦੇ ਮੁਤਾਬਕ ਉਹ ਕਹਿੰਦੇ ਸੀ ਕਿ ਹੁਣ ਤੱਕ 65 ਤਬਦੀਲੀਆਂ ਕੀਤੀਆਂ ਜਾ ਸਕੀਆਂ ਇਸ ਮਾਮਲੇ ਦੇ ਵਿੱਚ। ਉਦੋਂ ਹਾਲੇ 40 ਦਿਨ ਹੀ ਹੋਏ ਸੀ ਇਸ ਮੂਵ ਨੂੰ, ਔਰ ਜੇ 40 ਦਿਨਾਂ ਦੇ ਵਿੱਚ 65 ਵਾਰ ਸਰਕਾਰ ਨੂੰ ਸਟੈਂਡ ਬਦਲਨੇ ਪਏ, ਬਦਲ ਕੇ ਨਵੇਂ ਸਟੈਂਡ ਰੱਖਣੇ ਪਏ, ਔਰ ਖੁਦ ਪ੍ਰਧਾਨ ਮੰਤਰੀ ਨੂੰ ਮਨ ਕੀ ਬਾਤ ਦੇ ਵਿੱਚ ਕਹਿਣਾ ਪਿਆ ਕਿ ਹਾਂ ਅਸੀਂ ਬਹੁਤ ਤਬਦੀਲੀਆਂ ਕੀਤੀਆਂ ਪਰ ਲੋਕਾਂ ਦਾ ਫਾਇਦਾ ਕਰਨ ਲਈ ਕੀਤੀਆਂ, ਇਹ ਆਪਣੇ ਆਪ ਦੇ ਵਿੱਚ ਫੇਲੀਅਰ ਦਾ ਸੰਕੇਤ ਹੈ। ਦੂਜੇ ਪਾਸੇ ਜੇ ਅਸੀਂ ਵਿਰੋਧੀ ਧਿਰ ਦੀ ਗੱਲ ਕਰੀਏ ਤੇ ਉਹਦੇ ਵਿੱਚ ਨੋਟਬੰਦੀ ਨੂੰ ਲੈ ਕੇ ਕੋਈ ਏਕਤਾ ਵਰਗੀ ਗੱਲ ਨਹੀਂ ਆ। ਈਵਨ ਕਈ ਪਾਰਟੀਆਂ ਜਾਂ ਗੱਠਜੋੜ ਤਾਂ ਸਾਂਝੇ ਹੁੰਦੇ ਹੋਏ ਵੀ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਨੇ, ਉਹ ਗੱਲ ਅਸੀਂ ਅਲੱਗ ਕਰ ਸਕਦੇ ਹਾਂ। ਪਰ ਇੰਨੀ ਗੱਲ ਜ਼ਰੂਰ ਹੈਗੀ ਕਿ ਇਹਦਾ ਅਰਥ ਇਹ ਨਹੀਂ ਹੈ ਕਿ ਇਹਦੇ ਨਾਲ ਸਭ ਮਸਲੇ ਹੱਲ ਹੋ ਗਏ ਨੇ। ਸਰਕਾਰ ਹਾਲੇ ਵੀ ਇਸ ਗੱਲ ਦਾ ਜਵਾਬ ਨਹੀਂ ਦੇ ਸਕੀ ਕਿ ਉਹਨੇ ਨਗਦੀ ਦੀ ਸ਼ਕਲ ਦੇ ਵਿੱਚ 3 ਤੋਂ 5% ਉੱਤੇ ਅਟੈਕ ਪਹਿਲਾਂ ਕਿਉਂ ਕੀਤਾ, 95 ਦੇ ਉੱਤੇ ਕਿਉਂ ਨਹੀਂ ਕੀਤਾ, 3 ਦੇ ਉੱਤੇ ਅਟੈਕ ਕਰਕੇ ਕਿੰਨਾ ਫਰਕ ਪੈ ਗਿਆ। ਈਵਨ ਮੈਨੂੰ ਹੈਰਾਨੀ ਹੋਈ, ਪਹਿਲਾਂ ਆਮ ਲੋਕ ਕਹਿੰਦੇ ਸੀ, ਹੁਣ ਮੋਦੀ ਸਾਹਿਬ ਨੇ ਵੀ ਕਹਿ ਦਿੱਤਾ ਇਹਦੇ ਨਾਲ ਆਤੰਕਵਾਦ ਨੂੰ ਠੱਲ ਪੈ ਗਈ। ਇਹ ਵੀ ਇੱਕ ਸੱਚਾਈ ਨਹੀਂ ਆ। ਇਸ ਤੋਂ ਬਾਅਦ ਵੀ ਜੰਮੂ ਕਸ਼ਮੀਰ ਦੇ ਵਿੱਚ ਕੁਝ ਅਟੈਕ ਹੋਏ ਨੇ, ਪਰ ਹਾਲੇ ਵੀ ਲੋਕ ਕਹਿਣ ਵਾਲੇ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਨੇ ਸੁਪਨੇ ਦੀ ਦੁਨੀਆ ਵਿੱਚ ਰਹਿੰਦੇ ਹੋਏ ਕਹੀ ਜਾਂਦੇ ਨੇ ਕਿ 8 ਨਵੰਬਰ ਤੋਂ ਬਾਅਦ ਪੱਥਰਬਾਜ਼ੀ ਨਹੀਂ ਹੋਈ। ਇਹ ਸੱਚਾਈ ਹੈ ਕਿ ਨਹੀਂ ਹੋਈ, ਪਰ ਮੇਰੇ ਮੁਤਾਬਕ ਜੇ ਅਸੀਂ ਤੱਥਾਂ ਤੇ ਜਾਈਏ ਤੇ 8 ਨਵੰਬਰ ਤੋਂ 15 ਦਿਨ ਪਹਿਲਾਂ ਜਾਂ 20 ਦਿਨ ਪਹਿਲਾਂ ਵੀ ਕੋਈ ਪੱਥਰਬਾਜ਼ੀ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਸੀ ਹੋ ਰਹੀ। ਇਸ ਦਾ ਇਦਾਂ ਹੀ ਪ੍ਰਚਾਰ ਕੀਤਾ ਜਾਏਗਾ ਕਿ ਨਕਸਲਿਜ਼ਮ ਨੂੰ ਬੜੀ ਠੱਲ ਪੈ ਗਈ ਆ, ਪਰ ਕਿਵੇਂ ਪੈ ਗਈ ਆ, ਕਿਸ ਆਧਾਰ ਦੇ ਉੱਤੇ ਪੈ ਗਈ ਆ, ਇਹ ਗੱਲ ਬਿਲਕੁਲ ਸਮਝਣ ਤੋਂ ਬਾਹਰ ਆ। ਦੂਸਰੀ ਗੱਲ, ਸਰਕਾਰ ਦਾ ਦਾਅਵਾ ਇਹ ਸੀ ਕਿ ਇਹਦੇ ਨਾਲ ਕਾਲਾ ਧਨ ਅਸੀਂ ਫੜ ਲਵਾਂਗੇ, ਪਰ ਇਹ ਇੱਕ ਸੱਚਾਈ ਹੈ ਕਿ ਇੱਕ ਬੰਦੇ ਨੂੰ 2500 ਨਹੀਂ ਮਿਲਦਾ, ਪਰ ਹੁਣ ਤੱਕ ਜੇ ਜ਼ਿਆਦਾ ਨਹੀਂ ਤਾਂ ਲਗਭਗ 1 ਅਰਬ ਦੀ ਜਿਹੜੀ ਕਰੰਸੀ ਆ ਔਰ ਨਿਊ ਕਰੰਸੀ ਆ ਉਹ ਲੋਕਾਂ ਦੇ ਵੱਖ-ਵੱਖ ਥਾਵਾਂ ਤੋਂ ਪਕੜੀ ਜਾ ਚੁੱਕੀ ਹੈਗੀ। ਜੇ 1 ਅਰਬ ਦੀ ਕਰੰਸੀ ਪਕੜੀ ਜਾ ਚੁੱਕੀ, ਜੇ ਤਾਂ ਮੈਂ ਇਹ ਕਹਿਣਾ ਹੋਵੇ ਕਿ 125 ਕਰੋੜ ਦੇ ਇਸ ਦੇਸ਼ ਦੇ ਵਿੱਚ 1 ਅਰਬ ਦੀ ਕਰੰਸੀ ਪ੍ਰਤੀ ਬੰਦਾ 1 ਰੁਪਈਆ ਵੀ ਨਹੀਂ ਆਉਂਦੀ, ਫਿਰ ਤਾਂ ਕੋਈ ਮਨ ਨਹੀਂ ਰੱਖਦੀ ਇੰਨੀ ਕਰੰਸੀ ਫੜੀ ਜਾਣੀ। ਪਰ ਕਰੰਸੀ ਫੜੀ ਜਾਣਾ ਆਪਣੇ ਆਪ ਦੇ ਵਿੱਚ ਮਾਇਨੇ ਰੱਖਦਾ, ਕਿਉਂਕਿ ਉਹ 1 ਅਰਬ 25 ਕਰੋੜ ਲੋਕਾਂ ਕੋਲੋਂ ਨਹੀਂ ਫੜੀ ਗਈ, ਉਹ ਮਸਾ 25 ਲੋਕਾਂ ਕੋਲੋਂ ਹੀ ਫੜੀ ਗਈ ਆ, ਇਸ ਕਰਕੇ ਉਹ ਬਹੁਤ ਮਾਇਨੇ ਰੱਖਦੀ ਹੈ। ਸੀਪੀ ਸਿੰਘ ਜੀ, ਤੁਹਾਡੀ ਗੱਲ ਪੂਰੀ ਨਹੀਂ ਹੋਈ ਸੀ, ਜੇ ਤੁਸੀਂ ਕੁਝ ਆਪਣੀ ਗੱਲ ਪੂਰੀ ਕਰਨਾ ਚਾਹੋ।
ਮੈਂ ਹਰਪ੍ਰੀਤ ਜੀ ਆਪਣਾ ਇੱਕ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਜਿੱਦਾਂ ਤੁਸੀਂ ਕਿਹਾ ਕੱਲ ਇੱਕ ਬੈਂਕ ਦੇ ਸਟੇਟ ਬੈਂਕ ਆਫ ਇੰਡੀਆ ਪ੍ਰੋਮਿਨੈਂਟ ਬੈਂਕ ਹੈ ਇੰਡੀਆ ਦੇ ਵਿੱਚ ਮੈਂ ਉੱਥੇ ਸੀਗਾ ਉੱਥੇ ਕਰੰਸੀ ਦੀ ਅਵੇਲੇਬਿਲਿਟੀ ਦੀ ਗੱਲ ਕਰਾਂ ਮੈਂ ਤਾਂ ਉੱਥੇ ਸਫੀਸ਼ੀਐਂਟ ਕਰੰਸੀ ਅਵੇਲੇਬਲ ਸੀ ਔਰ 3 ਜਾਂ 4 ਬੰਦੇ ਹੀ ਲਾਈਨ ਦੇ ਵਿੱਚ ਸੀਗੇ ਉਹਨਾਂ ਉਸ ਕਰੰਸੀ ਦੇ ਵਿੱਚ ਜਦੋਂ ਮੈਂ ਉਹਨਾਂ ਕੈਸ਼ੀਅਰ ਨੂੰ ਪੁੱਛਿਆ ਤਾਂ ਉੱਥੇ 2000 ਦੇ ਨੋਟ ਵੀ ਅਵੇਲੇਬਲ ਸੀ 500 ਦੇ ਨੋਟ ਵੀ ਅਵੇਲੇਬਲ ਸੀ ਔਰ 100 ਦੇ ਨੋਟ ਵੀ ਅਵੇਲੇਬਲ ਸੀ ਲੇਕਿਨ ਜਦੋਂ ਸਾਰੀ ਉਸ ਚੀਜ਼ ਤੋਂ ਬਾਅਦ ਮੈਂ ਬਾਹਰ ਆਇਆ ਤਾਂ ਏਟੀਐਮ ਦੇ ਵਿੱਚ ਜਿਵੇਂ ਸ਼ਬਦੀਪ ਜੀ ਨੇ ਦੱਸਿਆ ਕਿ 2500 ਲਿਮਿਟ ਹੈ ਲੇਕਿਨ ਉੱਥੇ 2000 ਹੀ ਨਿਕਲਦੇ ਸੀ ਸੇਮ ਕੁਐਸਚਨ ਮੈਂ ਉੱਥੋਂ ਸਟੇਟ ਬੈਂਕ ਆਫ ਇੰਡੀਆ ਦੇ ਜਿਹੜੇ ਨਾਰਥ ਰੀਜਨ ਦੇ ਮੈਨੇਜਰ ਸੀ ਉਹਨਾਂ ਨੂੰ ਫੋਨ ਤੇ ਪੁੱਛਿਆ ਤਾਂ ਉਹਨਾਂ ਦਾ ਆਨਸਰ ਇਹੀ ਸੀ ਕਿ ਸਾਡੇ ਜਿਹੜੇ ਏਟੀਐਮ ਮਸ਼ੀਨਸ ਹੈ ਉਹ ਕੈਲੀਬਰ ਹੋ ਚੁੱਕੇ ਨੇ ਸਿਰਫ ਤੇ ਸਿਰਫ ਜਿਹੜੇ ਏਟੀਐਮ ਮਸ਼ੀਨ ਨੂੰ ਕੈਸ਼ ਜਿਹੜੀ ਅਵੇਲੇਬਿਲਿਟੀ ਕਰਦੀ ਹੈ ਉਹ ਫਰਮ ਹੈ ਆਰਬੀਆਈ ਤੋਂ ਬਾਅਦ ਜੀ ਦੀ ਵਾਰੀ ਆਉਂਦੀ ਹੈ ਉਸ ਚੀਜ਼ ਨੂੰ ਰੈਗੂਲੇਟ ਕਰ ਰਿਹਾ ਔਰ ਉਹਨਾਂ ਨੇ ਇਹ ਆਸ਼ਵਾਸਨ ਦਵਾਇਆ ਕਿ 3 ਜਾਂ 4 ਜਾਂ 5 ਦਿਨ ਦੇ ਵਿੱਚ ਸਾਰੇ ਦੇ ਸਾਰੇ ਏਟੀਐਮ ਹਰ ਤਰ੍ਹਾਂ ਦਾ ਕੈਸ਼ ਹੈ ਜਿਹੜਾ ਉਹ ਡਿਸਪੈਂਸ ਕਰਨਾ ਸ਼ੁਰੂ ਕਰ ਦੇਣਗੇ ਸੋ ਚਲੋ ਸਿਚੁਏਸ਼ਨ ਜਿਹੜੀ ਹੈ ਮੋਦੀ ਸਾਹਿਬ ਵੀ ਕਹਿ ਰਹੇ ਨੇ ਬੈਂਕ ਵਾਲੇ ਵੀ ਕਹਿ ਰਹੇ ਨੇ ਆਈ ਥਿੰਕ ਸਾਨੂੰ ਵੇਟ ਕਰਨੀ ਚਾਹੀਦੀ 4-5 ਦਿਨ ਬੱਚੇ ਨੇ ਸਾਨੂੰ ਜ਼ਰੂਰ ਉਹ ਸਮੇਂ ਦੇਣਾ ਚਾਹੀਦਾ ਵਾ ਉਸ ਚੀਜ਼ ਤੇ ਕਮੈਂਟ ਕਰਨ ਵਾਸਤੇ ਤੇ ਮੈਂ ਆਈ ਥਿੰਕ ਮੇਰੇ ਸਾਥੀ ਵੀ ਇੱਥੇ ਐਗਰੀ ਹੋਣਗੇ ਕਿ ਜਿੱਥੇ ਅਸੀਂ ਇੰਨੀ ਵੇਟ ਕੀਤੀ ਆ ਜੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ 31 ਦਸੰਬਰ ਤੱਕ ਮੈਨੂੰ ਸਮਾਂ ਦਿੱਤਾ ਜਾਏ ਤੇ ਦੇਣਾ ਚਾਹੀਦਾ ਵਾ ਲੈਟਸ ਸੀ ਕਿ 31 ਦਸੰਬਰ ਤੋਂ ਬਾਅਦ 1 ਜਨਵਰੀ ਨੂੰ ਇੰਡੀਆ ਵਿੱਚ ਏਟੀਐਮ ਮਸ਼ੀਨਾਂ ਅਤੇ ਬੈਂਕ ਦਾ ਕੀ ਹਾਲ ਹੁੰਦਾ ਕਿੰਨਾ ਕੈਸ਼ ਅਵੇਲੇਬਲ ਹੁੰਦਾ ਵਾ ਥੋੜੀ ਜੀ ਮੈਂ ਗੱਲ ਅੱਗੇ ਵਧਾਉਣੀ ਚਾਹੂੰਗਾ ਕੱਲ ਪ੍ਰਧਾਨ ਮੰਤਰੀ ਸਾਹਿਬ ਉੱਤਰਾਖੰਡ ਵਿੱਚ ਗਏ ਸੀ ਇੱਕ ਉਦਘਾਟਨ ਕਰਨ ਉੱਤੇ ਸਪੀਚ ਦੇ ਰਹੇ ਸੀ ਸਪੀਚ ਦਿੰਦੇ ਉਹਨਾਂ ਨੇ ਕਿਹਾ ਕਿ ਡੀਮੋਨੇਟਾਈਜੇਸ਼ਨ ਨੋਟਬੰਦੀ ਨੇ ਟੈਰਰਿਜ਼ਮ ਅੰਡਰਵਰਲਡ ਅਤੇ ਡਰੱਗ ਮਾਫੀਆ ਨੂੰ ਖਤਮ ਕਰਤਾ ਹੈ ਅਜੀਤ ਜੀ ਮੈਂ ਤੁਹਾਡੇ ਕੋਲ ਜਾਨਣਾ ਚਾਹੂੰਗਾ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਇਸ ਗੱਲ ਤੋਂ ਸਹਿਮਤ ਜੋ ਕਿ ਨੋਟਬੰਦੀ ਨੇ ਮੈਂ ਰਿਪੀਟ ਕਰ ਰਿਹਾ ਆਪਣਾ ਕੁਐਸਚਨ ਮੇਰਾ ਕੁਐਸਚਨ ਜ਼ਰੂਰ ਧਿਆਨ ਨਾਲ ਸੁਣਿਓ ਕਿ ਨੋਟਬੰਦੀ ਨੇ ਟੈਰਰਿਜ਼ਮ ਅੰਡਰਵਰਲਡ ਤੇ ਡਰੱਗ ਮਾਫੀਆ ਨੂੰ ਇੰਡੀਆ ਵਿੱਚ ਖਤਮ ਕਰਤਾ ਹੈ ਹਾਂ ਜਾਂ ਨਾ ਤੁਸੀਂ ਸਮਰਥਨ ਕਰਦੇ ਹੋ ਨਹੀਂ ਤੇ ਫਿਰ ਆਪਣਾ ਐਕਸਪਲੇਨੇਸ਼ਨ ਦਿਓ ਹਰਪ੍ਰੀਤ ਜੀ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕਿ ਇਹੋ ਇੱਕ ਫੈਕਟਰ ਹੈ ਜੇ ਮੋਦੀ ਸਾਹਿਬ ਨੇ ਦਿੱਤਾ ਤੇ ਇਹ ਪੋਲੀਟੀਕਲ ਲੀਡਰ ਕਈ ਵਾਰੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਇੱਕ ਆਪਣੇ ਕਰੇ ਹੋਏ ਕੰਮ ਨੂੰ ਏਡਾ ਵੱਡਾ ਕਰਕੇ ਦਿਖਾ ਦਿੰਦੇ ਨੇ ਜੇ ਵੀ ਇਸੇ ਕਰਕੇ ਸਾਰਾ ਕੁਝ ਹੋ ਰਿਹਾ ਜੀ ਤੁਸੀਂ ਜੇ ਮੈਂ ਬੜਾ ਹੀ ਆਭਾਰੀ ਹੋਊਂਗਾ ਜੇ ਤੁਸੀਂ ਮੈਨੂੰ ਪਹਿਲਾਂ ਦੱਸੋ ਤੁਸੀਂ ਸਹਿਮਤ ਹੋ ਜੇ ਨਹੀਂ ਫਿਰ ਉਸ ਤੋਂ ਬਾਅਦ ਆਪਣੀ ਗੱਲ ਅੱਗੇ ਰੱਖੋ ਮੈਂ ਇੰਨਾ ਕੁ ਸਹਿਮਤ ਹਾਂ ਕਿ ਇਸ ਪੱਖ ਦਾ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਨ ਦਾ ਕੁਝ ਹਿੱਸਾ ਤਾਂ ਹੈਗਾ ਪਰ ਜੇ ਆਖੋ ਜੇ ਜਿੰਨਾ ਕੁ ਕੰਟਰੋਲ ਹੋਇਆ ਉਹ ਸਿਰਫ ਕੱਲੇ ਡੀਮੋਨੇਟਾਈਜੇਸ਼ਨ ਕਰਕੇ ਹੋਇਆ ਮੈਂ ਇਸ ਚੀਜ਼ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈਗਾ ਓਪਨ ਡਿਬੇਟ ਜੇ ਮੇਰਾ ਕੋਈ ਵੀ ਸਾਥੀ ਇੱਥੇ ਕਮੈਂਟ ਕਰਨਾ ਚਾਹੇ ਇਹ ਗੱਲ ਇਹ ਹੈ ਕਿ ਮਨੀ ਜਿਹੜਾ ਹੈਗਾ ਉਹ ਚਾਹੇ ਅੰਡਰਵਰਲਡ ਦਾ ਕੰਮ ਹੋਵੇ ਚਾਹੇ ਟੈਰਰਿਜ਼ਮ ਦਾ ਕੰਮ ਹੋਵੇ ਜਾਂ ਹੋਰ ਕੋਈ ਵੀ ਜਿਹੜੀ ਗੈਰ ਕਾਨੂੰਨੀ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਇਨਵੋਲਵ ਹੁੰਦਾ ਹੀ ਹੁੰਦਾ ਹੈ ਔਰ ਉਹ ਪੈਸਾ ਹੁੰਦਾ ਉਹ ਜਿਹੜਾ ਕਰੰਸੀ ਦੇ ਰੂਪ ਦੇ ਵਿੱਚ ਹੁੰਦਾ ਕੋਈ ਜੇ ਕਿਸੇ ਨੇ ਗੈਰ ਕਾਨੂੰਨੀ ਹਥਿਆਰ ਖਰੀਦਣਾ ਹੈ ਤਾਂ ਉਹਦੇ ਵਿੱਚੋਂ ਬੈਂਕ ਦਾ ਡਰਾਫਟ ਬਣਾ ਕੇ ਨਹੀਂ ਖਰੀਦਦਾ ਹੈਗਾ ਸਵਾਲ ਫਰਕ ਕੀ ਪਿਆ ਕਿ ਪੈਸਾ ਲੋਕਾਂ ਦਾ ਹੀ ਸੀ ਪਰ ਉਹ ਕੈਸ਼ ਦੇ ਵਿੱਚ ਸਰਕੂਲੇਟ ਹੋ ਰਿਹਾ ਹੈ ਜਿਵੇਂ ਕਿ ਆਪਾਂ ਜਦੋਂ ਕਿਸੇ ਚੀਜ਼ ਨੂੰ ਅਕਸਰ ਇੰਡੀਆ ਦੇ ਵਿੱਚ ਤੁਸੀਂ ਖਰੀਦਣ ਜਾਓ ਕੁਝ ਤਾਂ ਦੁਕਾਨਦਾਰ ਕਹਿੰਦਾ ਹੈ ਕਿ ਜੇ ਪੱਕਾ ਬਿੱਲ ਲੈਣਾ ਹੈ ਤਾਂ ਵਿੱਚ ਟੈਕਸ ਲਾ ਕੇ ਦਊਂਗਾ ਤੇ ਜੇ ਤੂੰ ਪੱਕਾ ਬਿੱਲ ਨਹੀਂ ਲੈਣਾ ਹੈਗਾ ਤਾਂ 10 ਰੁਪਏ ਦੀ ਰਿਆਇਤ ਵੀ ਹੋ ਜਾਏਗੀ ਮੈਂ ਮੁੱਦੇ ਤੇ ਰਹਿਣਾ ਚਾਹੁੰਦਾ ਮੈਂ ਬਿਲਕੁਲ ਜੋ ਮੁੱਦੇ ਤੇ ਰਹਿਣਾ ਚਾਹੁੰਦਾ ਮੈਂ ਇਹ ਸਭ ਨਾਰਮਲ ਗੱਲਾਂ ਨੇ ਇਸ ਸਾਡੇ ਦਰਸ਼ਕਾਂ ਨੂੰ ਪਤਾ ਵਾ ਸਾਨੂੰ ਵੀ ਪਤਾ ਵਾ ਤੁਹਾਨੂੰ ਵੀ ਪਤਾ ਵਾ ਆਪਾਂ ਇਹ ਗੱਲਾਂ ਨਾ ਕਰੀਏ ਮੁੱਦੇ ਤੇ ਆ ਰਿਹਾ ਤੁਹਾਡੀ ਗੱਲ ਦਾ ਹਾਂ ਚ ਨਾ ਜਵਾਬ ਦੇ ਦਿੱਤਾ ਨਾ ਮੈਂ ਆਈ ਡੋਨਟ ਥਿੰਕ ਸੋ ਉਸੇ ਤਰ੍ਹਾਂ ਹੀ ਜਿਹੜੇ ਗੈਰ ਕਾਨੂੰਨੀ ਕੰਮ ਹੁੰਦੇ ਨੇ ਉਹ ਜਿਹੜੇ ਹੈਗੇ ਉਹ ਕੈਸ਼ ਨਾਲ ਹੁੰਦੇ ਨੇ ਇਸ ਤਰੀਕੇ ਦੇ ਨਾਲ ਉਹ ਸਾਰਾ ਕੈਸ਼ ਜਦੋਂ ਬੈਂਕਾਂ 'ਚ ਆ ਗਿਆ ਕੋਈ ਵੀ ਜਿਹੜੀ ਵੱਡੀ ਟ੍ਰਾਂਜੈਕਸ਼ਨ ਹੁੰਦੀ ਹੈ ਔਰ ਉਹ ਜਿਹੜੀ ਹੈਗੀ ਉਹ ਸਾਹਮਣੇ ਆਉਂਦੀ ਹੈ ਬੈਂਕ ਦੇ ਰਾਹੀਂ ਕਿ ਇੰਨਾ ਪੈਸਾ ਇਕੱਠਾ ਕਿਸੇ ਨੇ ਕੱਢਿਆ ਔਰ ਦੂਸਰੇ ਪਾਸੇ ਜਿਹੜਾ ਹੈਗਾ ਜਦੋਂ ਉਹ ਪੈਸਾ ਕੱਢਿਆ ਜਾਂਦਾ ਹੈ ਉਹ ਕਿਸੇ ਮੌਕੇ ਸਿਕਿਉਰਿਟੀ 'ਚ ਆ ਸਕਦਾ ਹੈ ਇਸ ਕਰਕੇ ਹਰ ਕੋਈ ਗਲਤ ਕੰਮ ਕਰਨ ਵਾਲਾ ਜਕੇਗਾ ਜਦੋਂ ਬੈਂਕ ਰਾਹੀਂ ਜਿਹੜਾ ਕੰਮ ਹੋਏਗਾ ਉਹਦੇ ਵਿੱਚ ਗੈਰ ਕਾਨੂੰਨੀ ਕੰਮ ਜਿਹੜਾ ਹੈਗਾ ਉਹਦੇ ਉੱਤੇ ਰੋਕ ਲੱਗੇਗੀ ਇਹ ਫਰਕ ਜ਼ਰੂਰ ਹੈਗਾ ਇਸ ਡੀਮੋਨੇਟਾਈਜੇਸ਼ਨ ਦਾ ਹਾਂ ਥੈਂਕ ਯੂ ਜੀ ਫਿਰ ਜਦੋਂ ਉਹ
ਪੈਸੇ ਦੀ ਲੈਣ ਦੇਣ ਘਟੇਗਾ ਤਾਂ ਹਰ ਇੱਕ ਗੈਰ ਕਾਨੂੰਨੀ ਵਾਸਤੇ, ਚਾਹੇ ਹਥਿਆਰ ਹੈ, ਚਾਹੇ ਕੋਈ ਹੋਰ ਚੀਜ਼ ਹੈ, ਚਾਹੇ ਡਰੱਗ ਹੈ, ਉਹਨਾਂ ਚੀਜ਼ਾਂ ਦੇ ਉੱਤੇ ਰੋਕ ਲੱਗਦੀ ਹੈ। ਪਰ ਹਾਂ, ਇਹਦੇ 'ਚ ਰੋਕਣ ਵਾਸਤੇ ਐਡਮਿਨਿਸਟ੍ਰੇਸ਼ਨ ਦੀ ਵੀ ਲੋੜ ਪੈਣੀ ਹੈ, ਹੋਰ ਵੀ ਕਈ ਕਾਰਨ ਹੋ ਸਕਦੇ ਨੇ ਇਹ, ਪਰ ਇਹਦਾ ਕਾਫੀ ਵੱਡਾ ਰੋਲ ਜਿਹੜਾ ਹੈਗਾ ਨਾ ਚੀਜ਼ਾਂ ਨੂੰ ਕੰਟਰੋਲ ਕਰਨ 'ਚ ਹੈ। ਥੈਂਕ ਯੂ ਜੀ। ਦਿਲਰਾਜ ਜੀ, ਤੁਹਾਡੇ ਤੇ ਜਾਣੇ ਚਾਹੂੰਗਾ, ਮੋਦੀ ਸਾਹਿਬ ਦਾ ਜੋ ਕਹਿਣਾ ਹੈ ਕਿ ਟੈਰਰਿਜ਼ਮ, ਅੰਡਰਵਰਲਡ, ਡਰਗ ਮਾਫੀਆ, ਹੋਰ ਦੂਜੇ ਗੈਰ ਕਾਨੂੰਨੀ ਧੰਦਿਆਂ ਨੂੰ ਡਿਸਟਰੋਏ ਕਰਤਾ ਹੈ, ਖਤਮ ਕਰਤਾ ਹੈ ਨੋਟਬੰਦੀ ਤੇ, ਪਰ ਆਪੋਜੀਸ਼ਨ ਦਾ ਤੇ ਇਹ ਵੀ ਕਹਿਣਾ ਹੈ ਕਿ ਇੰਡੀਅਨ ਇਕਨੋਮੀ ਨੂੰ, ਛੋਟੇ ਬਿਜ਼ਨਸ ਨੂੰ ਵੀ ਖਤਮ ਕਰਤਾ ਵਾ। ਅੱਜ ਕੁਝ ਬਿਜ਼ਨਸ ਪਰਸਨ ਦਾ ਗੱਲ ਕਰ ਰਿਹਾ ਸੀ ਜਿਨ੍ਹਾਂ ਕੋਲ 150 ਇੰਪਲੋਈ ਸੀ, ਉਹਨਾਂ ਦੇ ਕਹਿਣਾ ਹੈ ਕਿ ਸਿਰਫ 8 ਜਾਂ 10 ਇੰਪਲੋਈ ਸਾਡੇ ਕੋਲ ਬਚੇ ਆ, ਕਿਉਂਕਿ ਉਹਨਾਂ ਦੇ ਅਕਾਊਂਟ ਹੈ ਨਹੀਂ ਸੀ, ਅਸੀਂ ਉਹਨਾਂ ਨੂੰ ਕੈਸ਼ ਦੇ ਨਹੀਂ ਸਕਦੇ ਸੀ। ਤੋਂ ਮੈਂ ਛੋਟੇ ਉਦਯੋਗਾਂ ਦੀ ਗੱਲ ਕਰ ਰਿਹਾ, ਇੰਪਲੋਈ ਜਿਹਨੂੰ ਆਪਾਂ ਲੇਬਰ ਕਹਿੰਦੇ, ਲੇਬਰ ਦੀ ਗੱਲ ਕਰ ਰਿਹਾ ਵਾਂ। ਦਿਲਰਾਜ ਸਿੰਘ ਜੀ, ਤੁਸੀਂ ਆਪੋਜੀਸ਼ਨ ਦੇ ਇਸ ਇਲਜ਼ਾਮ ਉੱਤੇ ਕਿੰਨੇ ਕੁ ਸਹਿਮਤ ਜੋ ਕਿ ਜੋ ਮੋਦੀ ਸਾਹਿਬ ਕਹਿ ਰਹੇ ਨੇ ਕਿ ਟੈਰਰਿਜ਼ਮ ਖਤਮ ਕਰਤਾ, ਮਾਫੀਆ ਖਤਮ ਕਰਤਾ ਹੈ, ਪਰ ਆਪੋਜੀਸ਼ਨ ਕਹਿ ਰਹੀ ਆ ਕਿ ਇਕਨੋਮੀ ਵੀ ਕਾਫੀ ਹੱਦ ਤੱਕ ਖਤਮ ਕਰਤੀ ਹੈ, ਹਰਟ ਹੋਈ ਆ, ਛੋਟੇ ਬਿਜ਼ਨਸ ਨੂੰ ਵੀ ਕਾਫੀ ਹੱਦ ਤੱਕ ਮੋਦੀ ਸਾਹਿਬ ਦੇ ਇਸ ਫੈਸਲੇ ਨਾਲ ਨੁਕਸਾਨ ਹੋਇਆ ਵਾ? ਹਰਪ੍ਰੀਤ ਜੀ, ਮੋਦੀ ਸਾਹਿਬ ਦੀ ਗੱਲ ਕਰੀਏ ਕਿ ਟੈਰਰਿਜ਼ਮ, ਨਕਸਲਿਜ਼ਮ ਤੇ ਡਰਗ ਮਾਫੀਆ ਬਿਲਕੁਲ ਹੀ ਖਤਮ ਕਰਤਾ ਹੈ। ਬਿਲਕੁਲ ਖਤਮ ਨਹੀਂ ਕਦੀ ਵੀ ਇਹ ਚੀਜ਼ਾਂ ਹੁੰਦੀਆਂ, ਨਾ ਹੀ ਬਿਲਕੁਲ ਖਤਮ ਹੋਇਆ। ਜਦੋਂ ਤੱਕ ਪ੍ਰਸ਼ਾਸਨ, ਐਡਮਿਨਿਸਟ੍ਰੇਸ਼ਨ ਉਹ ਸਾਰਾ ਕੁਝ ਖਤਮ ਨਹੀਂ ਕਰੇਗਾ, ਬਿਲਕੁਲ ਢਾਹ ਜ਼ਰੂਰ ਲੱਗੀ ਹੋਏਗੀ। ਇਹ ਜਿਹੜਾ ਫੈਸਲਾ ਡੀਮੋਨੇਟਾਈਜੇਸ਼ਨ ਦਾ ਆਇਆ ਸੀਗਾ, ਕਿਉਂਕਿ ਪੈਸੇ ਦੇ ਨਾਲ ਇਹ ਸਾਰੇ ਗੈਰ ਕਾਨੂੰਨੀ ਕੰਮ ਚੱਲਦੇ ਆ। ਪੈਸਾ ਅੱਜ ਆਮ ਇਨਸਾਨ ਕੋਲ ਨਹੀਂ, ਇਹਨਾਂ ਕੋਲ ਵੀ ਕਿਤੇ ਹੋਣਾ। ਜੀ ਇੱਕ ਵਾਰੀ ਟੋਕਣਾ ਚਾਹੂੰਗਾ, ਜੋ ਤੁਸੀਂ ਬੜਾ ਸੋਹਣਾ ਵਰਡ ਯੂਜ਼ ਕੀਤਾ, ਢਾਹ ਲੱਗੀ ਹੋਊਗੀ, ਉਹੀ ਵਰਡ ਮੇਰਾ ਕੁਐਸਚਨ ਵੀ ਲਗਭਗ ਇਹੀ ਆ, ਕਿੰਨੀ ਕੁ ਢਾਹ ਇਹ ਗੈਰ ਕਾਨੂੰਨੀ ਧੰਦਿਆਂ ਨੂੰ ਲੱਗੀ ਹੋਊਗੀ ਤੇ ਕਿੰਨੀ ਕੁ ਢਾਹ ਸਮਾਲ ਬਿਜ਼ਨਸ ਜਾਂ ਇਕਨੋਮੀ ਤੇ ਲੱਗੀ ਹੋਊਗੀ? ਇਹਨੂੰ ਕੰਪੇਅਰ ਕਰਕੇ ਮੈਂ ਤੁਹਾਡੇ ਵਿਚਾਰ ਜਾਨਣਾ ਚਾਹੂੰਗਾ। ਬਿਲਕੁਲ ਸਰ, ਦੋਨੋਂ ਅੱਡ ਚੀਜ਼ਾਂ, ਕਿੰਨੀ ਕੁ ਨਹੀਂ ਆਪਾਂ ਕਰ ਸਕਦੇ। ਹਾਂ, ਜੇ ਆਪਾਂ ਛੋਟੇ ਬਿਜ਼ਨਸ ਦੀ ਗੱਲ ਕਰੀਏ, ਉਹਦੇ ਤੇ ਮੈਂ ਡੈਫੀਨੇਟਲੀ ਕਿੰਨੀ ਕੁ ਵੀ ਦੱਸ ਸਕਦਾ ਵਾਂ, ਪਰ ਟੈਰਰਿਜ਼ਮ ਤੇ ਕਿੰਨੀ ਕੁ ਢਾਹ ਲੱਗੀ, ਨਕਸਲਿਜ਼ਮ ਤੇ ਕਿੰਨੀ ਕੁ ਢਾਹ ਲੱਗੀ, ਗੈਰ ਕਾਨੂੰਨੀ ਧੰਦਿਆਂ ਤੇ ਕਿੰਨੀ ਕੁ ਢਾਹ ਲੱਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਡੈਫੀਨੇਟਲੀ ਫਰਕ ਪਿਆ ਹੋਏਗਾ, ਕਿਉਂਕਿ ਇਹ ਜਿੰਨੇ ਵੀ ਕੰਮ ਹੈਗੇ ਆ ਉਹ ਸਭ ਬਲੈਕ ਮਨੀ ਜਾਂ 2 ਨੰਬਰ ਦੇ ਪੈਸੇ ਨਾਲ ਹੀ ਹੁੰਦੇ ਆ ਤੇ ਕੈਸ਼ ਟ੍ਰਾਂਜੈਕਸ਼ਨ ਸਾਰੀਆਂ ਹੁੰਦੀਆਂ। ਦੂਜਾ, ਆਪਾਂ ਆਪੋਜੀਸ਼ਨ ਜਿਹੜਾ ਲਾਂਦੀ ਪਈ ਆ, ਬਿਲਕੁਲ ਵੈਲਿਡ ਇਲਜ਼ਾਮ ਹੈਗਾ। ਉਹ ਉਮੀਦ ਵੀ ਕੀਤੀ ਜਾ ਰਹੀ ਸੀ ਕਿ ਏਦਾਂ ਹੋਏਗਾ। ਜਿਹੜੇ ਬੰਦੇ ਕੈਸ਼ ਟ੍ਰਾਂਜੈਕਸ਼ਨਸ ਕਰਦੇ ਸੀਗੇ, ਛੋਟੇ ਬਿਜ਼ਨਸਮੈਨ ਕੈਸ਼ ਪੈਸਾ ਲੈਂਦੇ ਸੀ, ਕੈਸ਼ ਪੈਸਾ ਦਿੰਦੇ ਸੀਗੇ, ਜੋ ਕੁਝ ਵੀ ਕੈਸ਼ ਟ੍ਰਾਂਜੈਕਸ਼ਨ ਹੁੰਦੀਆਂ ਸੀ, ਉਹਨਾਂ ਦੇ ਬਿਜ਼ਨਸ ਆਲਮੋਸਟ 20 ਤੋਂ 25% ਹੀ ਰਹਿ ਗਏ ਆ। ਜੇ ਕੋਈ 100 ਰੁਪਏ ਦਾ ਕੰਮ ਕਰਦਾ ਸੀਗਾ ਤੇ ਅੱਜ ਦਾ ਕੰਮ ਸਿਰਫ 20 ਜਾਂ 25 ਰੁਪਏ ਦੇ ਰਹਿ ਗਿਆ ਵਾ। ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਬੰਦੇ ਨੂੰ ਇਹਦਾ ਫਰਕ ਪਿਆ ਵਾ, ਇਫੈਕਟ ਪਿਆ ਵਾ। ਲੋਕਾਂ ਦੇ ਬਿਜ਼ਨਸ ਆਲਮੋਸਟ ਖਤਮ ਵਾਲੀ ਕਗਾਰ ਤੇ ਹੀ ਆ ਚੁੱਕੇ ਹੈਗੇ ਆ। ਫਰਕ ਪਿਆ, ਪਰ ਤਾਂ ਵੀ ਤੁਸੀਂ ਜੇ ਜਿਹੜਾ ਕੋਈ 20% ਵੀ ਕਮਾਉਂਦਾ ਪਿਆ ਨਾ, ਉਹਨੂੰ ਵੀ ਪੁੱਛੋਗੇ, ਉਹ ਵੀ ਕਿਤੇ ਨਾ ਕਿਤੇ ਇਹ ਫੈਸਲੇ ਦਾ ਸਪੋਰਟ ਹੀ ਕਰਦਾ ਵਾ ਕਿ ਫੈਸਲਾ ਸਹੀ ਹੈਗਾ ਵਾ। ਐਗਜ਼ੀਕਿਊਸ਼ਨ 'ਚ ਕਮੀ ਹੋਈ ਨਹੀਂ ਹੋਈ, ਕੀ ਹੋਇਆ ਕੀ ਨਹੀਂ ਹੋਇਆ, ਉਹ ਇੱਕ ਅੱਡ ਚੀਜ਼ਾਂ ਵਾ, ਪਰ ਫੈਸਲਾ ਤਕਰੀਬਨ ਹਜੇ ਤੱਕ ਵੀ ਸਾਰਿਆਂ ਨੂੰ ਸਹੀ ਲੱਗਦਾ ਪਿਆ ਵਾ। ਪ੍ਰੋਬਲਮ ਦੇ ਬਾਵਜੂਦ ਵੀ ਪੈਸਾ ਨਹੀਂ ਨਿਕਲਦਾ, ਉਹਦੇ ਬਾਵਜੂਦ ਆਪਣੇ ਬਿਜ਼ਨਸ ਘਟਦੇ ਪਏ, ਉਹਦੇ ਬਾਵਜੂਦ ਹਰ ਬੰਦੇ ਨੂੰ ਇਹ ਫੈਸਲਾ ਦੇਸ਼ ਦੇ ਹਿੱਤ ਦਾ ਲੱਗਦਾ ਪਿਆ ਵਾ। ਬਾਕੀ ਜਿਹੜੀਆਂ ਕੈਸ਼ ਟ੍ਰਾਂਜੈਕਸ਼ਨ ਸੀਗੀਆਂ, ਛੋਟੇ ਕਾਰੋਬਾਰੀ ਸੀਗੇ, ਕਿਤੇ ਨਾ ਕਿਤੇ ਗਲਤ ਤਾਂ ਕਰਦੇ ਪਏ ਸੀਗੇ ਕਿ ਸਰਕਾਰ ਨੂੰ ਉਸ ਲੈਵਲ ਤੇ ਟੈਕਸ ਨਹੀਂ ਜਾਂਦਾ ਪਿਆ ਸੀਗਾ, ਸਰਕਾਰ ਉਹਨਾਂ ਨੂੰ ਮੋਨੀਟਰ ਨਹੀਂ ਕਰ ਪਾ ਰਹੀ ਸੀ। ਤੇ ਸਰਕਾਰ ਦਾ ਨੋਟਬੰਦੀ ਕਰਨ ਦਾ ਮੇਰੇ ਖਿਆਲ ਦੇ ਨਾਲ ਲਕਸ਼ ਸਿਰਫ ਇਹ ਨਹੀਂ ਕਿ ਬਲੈਕ ਮਨੀ ਖਤਮ ਹੋ ਜਾਵੇ, ਫੇਕ ਮਨੀ ਖਤਮ ਹੋ ਜਾਵੇ, ਸਭ ਤੋਂ ਵੱਡਾ ਲਕਸ਼ ਇਹ ਵੀ ਹੈਗਾ ਕਿ ਆਉਣ ਵਾਲੇ ਟਾਈਮ ਤੇ ਵੱਧ ਤੋਂ ਵੱਧ ਡਿਜੀਟਲਾਈਜੇਸ਼ਨ ਹੋਵੇ, ਵੱਧ ਤੋਂ ਵੱਧ ਲੋਕੀ ਬੈਂਕਾਂ ਦੇ ਥਰੂ ਆਪਣੀਆਂ ਪੇਮੈਂਟਸ ਰੂਟ ਕਰਨ, ਜਿੰਨੇ ਵੀ ਬਿਜ਼ਨਸ ਚੱਲਣ ਉਹਦੇ ਤੋਂ ਮੈਜੋਰਿਟੀ ਬੈਂਕਿੰਗ ਟ੍ਰਾਂਜੈਕਸ਼ਨ ਹੋਵੇ ਕਿ ਸਰਕਾਰ ਈਜ਼ੀਲੀ ਮੋਨੀਟਰ ਕਰ ਸਕੇ, ਸਰਕਾਰ ਦੀ ਆਮਦਨ ਵੱਧ ਸਕੇ। ਸਰਕਾਰ ਦਾ ਮੇਨ ਮੋਟਿਵ ਉਹ ਵੀ ਹੈਗਾ ਵਾ। ਬਾਕੀ ਫਰਕ ਤਾਂ ਡੈਫੀਨੇਟਲੀ ਸਰ 100% ਪਿਆ ਹੀ ਪਿਆ ਵਾ ਛੋਟੇ ਬਿਜ਼ਨਸ ਨੂੰ। ਥੈਂਕ ਯੂ ਦਿਲਰਾਜ ਸਿੰਘ ਜੀ। ਥੋੜੀ ਜੀ ਮੈਂ ਗੱਲ ਹੋਰ ਵਧਾਉਣਾ ਚਾਹੂੰਗਾ। ਸੀਪੀ ਸਿੰਘ ਜੀ ਐਂਡ ਸਬਦੀਪ ਜੀ, ਤੁਹਾਨੂੰ ਮੈਂ ਅਗਲੇ ਮੁੱਦੇ ਤੇ ਕਮੈਂਟ ਕਰਨਾ ਚਾਹੂੰਗਾ। ਜੇ ਆਪੋਜੀਸ਼ਨ ਦੀ ਗੱਲ ਕਰੀਏ, ਨੋਟਬੰਦੀ ਤੋਂ ਬਾਅਦ ਇਲਜ਼ਾਮ ਬਹੁਤ ਲੱਗੇ ਨੇ ਪ੍ਰਧਾਨ ਮੰਤਰੀ ਦੇ। ਕੇਜਰੀਵਾਲ ਸਾਹਿਬ ਨੇ ਪਹਿਲਾ ਇਲਜ਼ਾਮ ਲਾਇਆ ਸੀ ਪ੍ਰਧਾਨ ਮੰਤਰੀ ਤੇ ਰਿਸ਼ਵਤ ਲੈਣ ਦਾ ਇਲਜ਼ਾਮ, ਜੋ ਕਿ ਦਿੱਲੀ ਅਸੈਂਬਲੀ ਚ ਲਾਇਆ ਸੀ। ਬਾਅਦ ਸ਼ਾਇਦ ਉਹਨਾਂ ਨੂੰ ਪਤਾ ਲੱਗਾ ਕਿ ਦਿੱਲੀ ਅਸੈਂਬਲੀ ਜੇ ਮੈਂ ਇਹ ਗੱਲ ਕਰਦਾ ਵਾਂ ਤੇ ਕਿਤੇ ਨਾ ਕਿਤੇ ਮੈਂ ਵੀ ਇੱਕ ਪੋਲੀਟੀਕਲ ਫਾਇਦਾ ਲੈਣ ਦੇ ਘੇਰੇ ਵਿੱਚ ਜਾਂ ਪੋਲੀਟੀਕਲ
ਤਰੀਕੇ ਨਾਲ ਕੀਤੇ ਗਏ ਕਮੈਂਟ ਦੇ ਘੇਰੇ ਵਿੱਚ ਆਉਂਗਾ। ਉਸ ਤੋਂ ਬਾਅਦ ਇਹ ਇਲਜ਼ਾਮ ਕੇਜਰੀਵਾਲ ਸਾਹਿਬ ਨੇ ਬਾਹਰੋਂ ਵੀ ਲਾਇਆ। ਜਦੋਂ ਕੇਜਰੀਵਾਲ ਸਾਹਿਬ ਨੇ ਇਲਜ਼ਾਮ 2-4 ਵਾਰੀ ਲਾਇਆ, ਰਾਹੁਲ ਗਾਂਧੀ ਨੂੰ ਵੀ ਇਸ ਗੱਲ ਬਾਰੇ ਪਤਾ ਲੱਗਾ ਤੇ ਰਾਹੁਲ ਗਾਂਧੀ ਨੇ ਵੀ ਪਰਸਨਲ ਕਰਪਸ਼ਨ ਦੀ ਗੱਲ ਕੀਤੀ। ਰਾਹੁਲ ਗਾਂਧੀ ਨੇ ਵੀ ਸੇਮ ਇਲਜ਼ਾਮ, ਸੇਮ ਜੋ ਪੇਜ ਕੇਜਰੀਵਾਲ ਸਾਹਿਬ ਨੇ ਐਜ ए सबूत पेश किया सी, ਉਹੀ पेज राहुल गांधी साहब ने भी एज ए सबूत पेश किया। थोड़ा जा पर कांग्रेस ने एक वधिया प्लानिंग तुसी कह सकते हो या एक बीजेपी ਨੂੰ ਘੇਰਨਾ ਚਾਹੁੰਦੇ ਸੀ। ਥੋੜੇ ਦਿਨਾਂ ਬਾਅਦ ਹੀ ਰਾਹੁਲ ਗਾਂਧੀ ਦੇ ਇਲਜ਼ਾਮ ਲਾਉਣ ਤੇ ਥੋੜੇ ਦਿਨਾਂ ਬਾਅਦ ਹੀ ਕਾਂਗਰਸ ਪਾਰਟੀ ਦੇ ਟਵਿੱਟਰ ਹੈਂਡਲ ਤੋਂ ਇੱਕ ਹੋਰ ਪੇਜ ਜਨਤਕ ਕੀਤਾ ਗਿਆ ਤੇ ਜਾਣ ਕੇ ਇਸ ਪੇਜ ਤੇ ਸ਼ੀਲਾ ਦੀਕਸ਼ਿਤ ਦਾ ਨਾਮ ਸੀ। मैं ये नहीं कह रहा कि कांग्रेस पार्टी ने जान के ना लिखा, पर जान के वो पेज जनतक किया गया जो कि सेम इनकम टैक्स रेट विचों फड़िया गया सी, पर ਉਹਦੇ ਵਿੱਚ शीला दीक्षित ਦਾ ਵੀ ਨਾਂ ਸੀ। मीडिया ने एक गल चक्की ते कांग्रेस पार्टी ने सवाल चक्के कि एक पासे तुसी प्रधानमंत्री उत्ते करप्शन दे इल्जाम ला रहे जो, की तुसी शीला दीक्षित उत्ते भी करप्शन दे इल्जाम लाओगे? कांग्रेस पार्टी दी इत्थों तक स्ट्रैटेजी बिल्कुल सही काम कर रही सी। शीला दीक्षित ने भी किते ना किते नाराजगी जाहिर की। मीडिया ने जो इस गल नूं होर चक्किया तो थोड़े दिन बाद ही, 1 या 2 दिन बाद ही शीला दीक्षित ने यू टर्न मार के अपने इस डॉक्यूमेंट विच ना होण दी इंक्वायरी करन दी गल कीती। नाल ही प्रधानमंत्री नूं भी ये कहा कि तुसी एक फेयर प्रोब, तुसी इहदे उत्ते इंक्वायरी कतराउण तो क्यों चालू जो या क्यों नहीं करवाना चाहुंदे। कल प्रेस कॉन्फ्रेंस दे विच ममता बनर्जी और राहुल गांधी ने आई थिंक ममता बनर्जी ते ये तक डिमांड करते कि प्रधानमंत्री नूं रिजाइन दे देना चाहिए वा। लैफ्ट पार्टियां या दूजियां अपोजिशन दी पार्टियां उन्हां रिजाइन दी डिमांड तो किते ना किते अजे तक हामी नहीं भरी आ, पर डीमोनेटाइजेशन नोटबंदी दे हक विच वो भी अजे नहीं है। सीपी सिंह जी तुहाडे ते मैं शुरू करना चाहूंगा, दैन सबदीश जी, अपोजिशन दा अजे तक दा रोल ਤੇ ਪ੍ਰਧਾਨਮੰਤਰੀ ਦਾ ਇਨਕਮ ਟੈਕਸ ਰੇਟ ਵਿੱਚ ਨਾ ਹੋਣਾ। ਦੂਜੇ ਪਾਸੇ ਹੁਣ ਸ਼ੀਲਾ ਦੀਕਸ਼ਿਤ ਦਾ ਵੀ ਉਦਾਂ ਦੀ ਹੀ ਸੇਮ ਡਾਕੂਮੈਂਟ ਉਦਾਂ ਦੇ ਹੀ ਜਨਤਕ ਹੋਏ ਨੇ ਤੇ ਸ਼ੀਲਾ ਦੀਕਸ਼ਿਤ ਦਾ ਇਹ ਕਹਿਣਾ ਕਿ ਇਹਦੇ ਉੱਤੇ ਇੱਕ ਫੇਅਰ ਪ੍ਰੋਬ ਜਾਂਚ ਹੋਣੀ ਚਾਹੀਦੀ ਆ, ਪ੍ਰਧਾਨ ਮੰਤਰੀ ਕਿਉਂ ਨਹੀਂ ਕਰਾਉਂਦੇ। ਕੀ ਇਹਦੇ ਨਾਲ ਪ੍ਰਧਾਨ ਮੰਤਰੀ ਦੀ ਛਵੀ ਨੂੰ ਨੁਕਸਾਨ ਹੋਊਗਾ ਜਾਂ ਨਹੀਂ, ਕਿਉਂਕਿ ਕਿਤੇ ਨਾ ਕਿਤੇ ਇਹ ਲੜਾਈ ਕਰਪਸ਼ਨ ਦੀ ਲੜਾਈ ਬਣ ਚੁੱਕੀ ਸੀ ਤੇ बीजेपी ਜਾਂ ਪ੍ਰਧਾਨ ਮੰਤਰੀ ਨੂੰ ਉਹ ਕਰਪਸ਼ਨ ਘੱਟ ਕਰਨ ਦਾ ਸਿਹਰਾ ਜਾਂਦਾ ਸੀ ਤੇ ਕੀ ਪ੍ਰਧਾਨ ਮੰਤਰੀ ਦੀ ਛਵੀ ਨੂੰ ਇਹਦੇ ਨਾਲ ਨੁਕਸਾਨ ਹੋਊਗਾ ਜਾਂ ਨਹੀਂ। ਦੇਖੋ ਅਰਪਿਤ ਜੀ, ਆਪੋਜੀਸ਼ਨ ਵੱਲੋਂ ਬਹੁਤ ਕੁਝ ਬੋਲਿਆ ਜਾ ਰਿਹਾ ਹੈ। ਤੁਸੀਂ ਸ਼ੀਲਾ ਦੀਕਸ਼ਿਤ ਜੀ ਦੀ ਗੱਲ ਕੀਤੀ, ਤੁਸੀਂ ਕਾਂਗਰਸ ਦੀ ਗੱਲ ਕੀਤੀ, ਰਾਹੁਲ ਦੀ ਗੱਲ ਕੀਤੀ, ਤੁਸੀਂ ਮਮਤਾ ਬੈਨਰਜੀ ਦੀ ਗੱਲ ਕੀਤੀ। ਮਮਤਾ ਬੈਨਰਜੀ ਨੇ ਤਾਂ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਸਾਹਿਬ ਕੀ 30 ਤਰੀਕ ਤੋਂ ਬਾਅਦ ਫਾਂਸੀ ਦੇ ਬਾਰੇ ਆਪਣੇ ਫੈਸਲੇ ਤੇ ਅਡਿੱਗ ਰਹਿਣਗੇ ਜਾਂ ਨਹੀਂ ਰਹਿਣਗੇ। ਸੋ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਆਪੋਜੀਸ਼ਨ ਦੇ ਵਿੱਚੋਂ ਕੋਈ ਵੀ ਪੁਆਇੰਟ ਜਾਂ ਕੋਈ ਵੀ ਇਦਾਂ ਦਾ ਮੁੱਦਾ ਨਹੀਂ ਛੱਡਦੀ ਕਿ ਜਿੱਤੇ ਉਸ ਸਰਕਾਰ ਨੂੰ ਘੇਰਿਆ ਜਾ ਸਕੇ। ਔਰ ਜਿੱਥੋਂ ਤੱਕ ਤੁਸੀਂ ਨਰਿੰਦਰ ਮੋਦੀ ਜੀ ਦੀ ਗੱਲ ਕਰੋ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਸਟੇਟਮੈਂਟਸ ਤੇ ਕੋਈ ਇਫੈਕਟ ਉਹਨਾਂ ਤੇ ਪਏਗਾ। ਹਾਂ, ਇਹ ਜ਼ਰੂਰ ਹੋ ਸਕਦਾ ਕਿ ਉਹਨਾਂ ਉਸ ਸਟੇਟਮੈਂਟਸ ਤੇ ਉਹਨਾਂ ਦੇ ਔਰ ਉਸ ਜਿਹੜੇ ਇਲਜ਼ਾਮਾਤ ਜਿਹੜੇ ਉਹਨਾਂ ਤੇ ਲਗਾਏ ਜਾ ਰਹੇ ਨੇ ਉਸ ਤੇ ਉਸ ਚੀਜ਼ ਨੂੰ ਐਨਾਲਾਈਜ਼ ਜ਼ਰੂਰ ਕਰਨਗੇ ਔਰ ਉਸ ਚੀਜ਼ ਤੇ ਆਨਸਰ ਜ਼ਰੂਰ ਦੇਣਗੇ ਮਨ ਕੀ ਬਾਤ ਦੇ ਵਿੱਚ। ਔਰ ਬਟ ਜੇ ਤੁਸੀਂ ਛਵੀ ਦੀ ਗੱਲ ਕਰੋ, ਛਵੀ ਖਰਾਬ ਹੋਣ ਦਾ ਡਰ ਜੇ ਹੁੰਦਾ ਤਾਂ ਸ਼ਾਇਦ ਉਹ ਐਡਾ ਵੱਡਾ ਜਿਹੜਾ ਡੀਮੋਨਟਾਈਜੇਸ਼ਨ ਦਾ ਫੈਸਲਾ ਸੀਗਾ ਉਹ ਨਾ ਲੈਂਦੇ। ਉਹ ਉਸ ਚੀਜ਼ ਨੂੰ ਉਹਨਾਂ ਨੇ ਉਸ ਤੋਂ ਕੱਢਣ ਦੇ ਕਰਕੇ ਹੀ ਇਹ ਐਡਾ ਵੱਡਾ ਜਿਹੜਾ ਇਤਿਹਾਸਿਕ ਫੈਸਲਾ ਲਿਆ। ਔਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸ਼ੁਰੂ ਤੋਂ ਰੌਲਾ ਪਾਉਂਦੇ ਸੀਗੇ ਕਿ ਡੀਮੋਨਟਾਈਜੇਸ਼ਨ ਗਲਤ ਹੈ, ਇਹਦੇ ਨਾਲ ਕਰਪਸ਼ਨ ਹੈ, ਨਰਿੰਦਰ ਮੋਦੀ ਜੀ ਦੇ ਉੱਪਰ ਕਰਪਸ਼ਨ ਦੇ ਆਰੋਪ ਹੈ, ਕੇਜਰੀਵਾਲ ਜੀ ਨੇ ਵੀ ਕਿਹਾ ਕਿ ਲਗਾਓ, ਇਨਕੁਆਇਰੀ ਬਿਠਾਓ, ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਸ਼ਾਇਦ ਥੋੜਾ ਜਿਹਾ ਹੋਰ ਟਾਈਮ ਦਿੱਤਾ ਜਾਵੇ ਤਾਂ ਕਲੀਅਰ ਹੋ ਜਾਣਗੀਆਂ। ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਛਵੀ ਤੇ ਕੋਈ ਇਹਦਾ ਕੋਈ ਬੈਡ ਇੰਪੈਕਟ ਪਵੇਗਾ। सबदीश जी। ਹਰਪ੍ਰੀਤ ਜੀ, ਮੈਂ ਆਪਣੀ ਗੱਲ ਦੋਨਾਂ ਸਵਾਲਾਂ ਨਾਲ ਜੋੜ ਕੇ ਕਰਾਂਗਾ ਤੇ ਪਹਿਲੀ ਗੱਲ ਜਿਹੜੀ ਸ਼ੁਰੂਆਤੀ ਕਰੂੰਗਾ ਮੈਂ ਉਸੇ ਗੱਲ ਤੋਂ ਕਰਾਂਗਾ ਜਿਹੜੀ ਦਾ ਜਵਾਬ ਕਿਸੇ ਹੱਦ ਤੱਕ ਆਪਣੇ ਤਰੀਕੇ ਦੇ ਨਾਲ ਅਜੀਤ ਜੀ ਤੇ ਦਲਰਾਜ ਜੀ ਦੇ ਚੁੱਕੇ ਨੇ। ਮੈਂ ਇੱਥੋਂ ਗੱਲ ਆਪਣੀ ਸ਼ੁਰੂ ਕਰਨਾ ਚਾਹੁੰਦਾ ਕਿ ਜਿਹੜਾ ਕੋਈ ਬੀਜੇਪੀ ਦਾ ਚੌਥੇ ਦਰਜੇ ਦਾ ਬੁਲਾਰਾ ਜਿਹਨੇ ਬੁਲਾਰਾ ਰਹਿਣ ਲਈ ਟੀਵੀ ਚੈਨਲ ਦੇ ਉੱਤੇ ਰੋਜ਼ਾਨਾ ਦਿਸਣ ਲਈ ਪਾਰਟੀ ਦੇ ਹੱਕ ਦੇ ਵਿੱਚ ਝੂਠ ਸੱਚ ਬੋਲਣਾ ਹੁੰਦਾ, ਉਹਦੇ 'ਚ ਤੇ ਪ੍ਰਧਾਨ ਮੰਤਰੀ 'ਚ ਜ਼ਰੂਰ ਕੋਈ ਫਰਕ ਹੋਣਾ ਚਾਹੀਦਾ। ਚਾਹੇ ਪ੍ਰਧਾਨ ਮੰਤਰੀ ਲੋਕ ਸਭਾ 'ਚ ਬੋਲ ਰਹੇ ਹੋਣ, ਚਾਹੇ ਪ੍ਰਧਾਨ ਮੰਤਰੀ ਮਨ ਕੀ ਬਾਤ 'ਚ ਬੋਲ ਰਹੇ ਹੋਣ ਤੇ ਚਾਹੇ ਪ੍ਰਧਾਨ ਮੰਤਰੀ ਕਿਸੇ ਰੈਲੀ 'ਚ ਬੋਲ ਰਹੇ ਹੋਣ, ਪ੍ਰਧਾਨ ਮੰਤਰੀ
ਦਾ ਜਿਹੜਾ ਵਕਾਰ ਆ, ਅਹੁਦੇ ਦਾ ਵਕਾਰ ਆ, ਉਸ ਅਹੁਦੇ ਦੇ ਵਕਾਰ ਤੋਂ ਹੇਠਾਂ ਜਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਭਾਸ਼ਾ ਦੇ ਵਿੱਚ ਗੱਲਾਂ ਕਰਨਾ ਸ਼ੋਭਾ ਨਹੀਂ ਦਿੰਦਾ ਮੇਰੇ ਮੁਤਾਬਕ। ਔਰ ਸਾਡੇ ਪ੍ਰਧਾਨ ਮੰਤਰੀ ਨੇ ਇਹਨਾਂ ਬੀਤੇ 8 ਨਵੰਬਰ ਤੋਂ ਬਾਅਦ ਦੀਆਂ ਗੱਲਾਂ ਕਰ ਲਈਏ, ਪੁਰਾਣਾ ਸਭ ਕੁਝ ਛੱਡ ਵੀ ਦਈਏ, ਤਾਂ ਇਸ ਗੱਲ ਦੀ ਬਿਲਕੁਲ ਵੀ ਪਾਲਣਾ ਨਹੀਂ ਕੀਤੀ ਜਿਸ ਕਿਸਮ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਮੈਂ ਉਹਨਾਂ ਦੀ ਡਿਟੇਲ 'ਚ ਨਹੀਂ ਜਾਂਦਾ। ਦੂਜੀ ਗੱਲ ਕਰਾਂਗਾ ਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਾਲਾ ਧਨ ਜਿਹੜਾ ਵਾ ਉਹ ਤਸਕਰਾਂ ਖਤਮ ਹੋ ਗਏ ਨੇ, ਦਹਿਸ਼ਤਗਰਦੀ ਖਤਮ ਹੋ ਗਈ ਹੈ। ਜੇ ਮੈਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਜੰਮੂ ਕਸ਼ਮੀਰ ਦੇ ਵਿੱਚ 8 ਨਵੰਬਰ ਤੋਂ ਪਹਿਲਾਂ ਵੀ ਦਹਿਸ਼ਤਗਰਦੀ ਦੀਆਂ ਕੁਝ ਘਟਨਾਵਾਂ ਵਾਪਰ ਰਹੀਆਂ ਸਨ ਤੇ 8 ਨਵੰਬਰ ਤੋਂ ਬਾਅਦ ਵੀ ਵਾਪਰੀਆਂ। ਬਾਅਦ ਵਾਲੀਆਂ ਨੂੰ ਉਸ ਵੇਲੇ ਜਦੋਂ ਤੁਰੰਤ ਵਾਪਰਦੀਆਂ ਸੀ ਸਰਕਾਰ ਇਸ ਤਰ੍ਹਾਂ ਦੇ ਨਾਲ ਪੇਸ਼ ਕਰਦੀ ਸੀ ਜਾਂ ਉਹਨਾਂ ਦੇ ਬੁਲਾਰੇ ਇਸ ਤਰ੍ਹਾਂ ਪੇਸ਼ ਕਰਦੇ ਸੀ ਕਿ ਦਹਿਸ਼ਤਗਰਦ ਬੜੇ ਖਿਜੇ ਹੋਏ ਨੇ, ਪਾਕਿਸਤਾਨ ਬੜਾ ਖਿਜਿਆ ਹੋਇਆ ਵਾ, ਇਸ ਗੱਲ ਕਰਕੇ ਉਹ ਘਟਨਾਵਾਂ ਵਾਪਰ ਰਹੀਆਂ ਨੇ। ਜੇ ਨਕਸਲੀ ਖੇਤਰ ਦੀ ਮੈਂ ਗੱਲ ਕਰਾਂ ਜਿੱਥੇ ਕੋਈ ਬਹੁਤ ਵੱਡੀ ਘਟਨਾ ਇਸ ਤੋਂ ਬਾਅਦ ਨਹੀਂ ਵਾਪਰੀ, ਤਾਂ ਇਹ ਵੀ ਇੱਕ ਸਚਾਈ ਹੈ ਕਿ 8 ਨਵੰਬਰ ਤੋਂ ਪਹਿਲਾਂ ਵੀ ਨਕਸਲ ਪ੍ਰਭਾਵਿਤ ਖੇਤਰਾਂ ਦੇ ਵਿੱਚ ਕੋਈ ਬਹੁਤ ਵੱਡੀ ਘਟਨਾ ਸ਼ਾਇਦ ਨਹੀਂ ਸੀ ਵਾਪਰੀ, 1 ਮਹੀਨਾ ਪਹਿਲਾਂ ਵੀ ਸ਼ਾਇਦ ਨਹੀਂ ਸੀ ਵਾਪਰੀ। ਇਸ ਕਰਕੇ ਨਕਸਲ ਪ੍ਰਭਾਵਿਤ ਖੇਤਰਾਂ ਦੇ ਵਿੱਚ ਜੇ ਘਟਨਾ ਨਹੀਂ ਵਾਪਰੀ ਤਾਂ ਇਹਨੂੰ ਇਸ ਗੱਲ ਦੇ ਨਾਲ ਜੋੜ ਕੇ ਪੇਸ਼ ਕਰਨਾ ਉਹ ਵੀ ਪ੍ਰਧਾਨ ਮੰਤਰੀ ਵੱਲੋਂ ਮੇਰੇ ਮੁਤਾਬਕ ਕੋਈ ਜਸਟੀਫਾਈਡ ਨਹੀਂ। ਦੂਸਰੀ ਗੱਲ ਮੈਂ ਇਹ ਕਹਾਂਗਾ ਕਿ ਜਦੋਂ 1 ਅਰਬ ਦੀ ਕਰੰਸੀ ਜਿਹੜੀ ਲਗਭਗ ਮੈਂ 1 ਅਰਬ ਕਹਿ ਰਿਹਾ ਫੜੀ ਗਈ ਹੈਗੀ ਵੱਖ-ਵੱਖ ਥਾਵਾਂ ਤੋਂ, ਤਾਂ ਸਾਡੇ ਕੋਲੇ ਐਦਾਂ ਦਾ ਕੋਈ ਅੰਕੜਾ ਨਹੀਂ ਆ ਕਿ ਜਿਹੜਾ ਬਲਕ ਦੇ ਵਿੱਚ ਪੈਸੇ ਬੈਂਕਾਂ ਕੋਲੋਂ ਲੈ ਆਉਣ ਵਾਲੇ ਲੋਕ ਨੇ ਉਹਨਾਂ ਨੇ 1 ਅਰਬ ਹੀ ਲਿਆ ਸੀ ਕਿ 2 ਅਰਬ ਲਿਆ ਸੀ, ਤੇ ਉਸ ਜਿਹੜੇ ਬਚੇ ਹੋਏ ਪੈਸੇ ਦੇ ਵਿੱਚੋਂ ਕਿੰਨੇ ਪੈਸੇ ਵੱਖ-ਵੱਖ ਰੰਗਾਂ ਦੇ ਦਹਿਸ਼ਤਗਰਦਾਂ ਨੂੰ ਕਰੰਸੀ 'ਚ ਵੀ ਪਹੁੰਚ ਗਏ ਹੋਣਗੇ, ਐਦਾਂ ਦਾ ਸਾਡੇ ਕੋਲੇ ਕੋਈ ਅੰਕੜਾ ਨਹੀਂ। ਇੱਕ ਗੱਲ ਜ਼ਰੂਰ ਕਹਿ ਸਕਦੇ ਆ ਕਿ ਜੇ ਨੋਟਬੰਦੀ ਮੇਰੇ ਤੇ ਹੋ ਸਕਦਾ ਵਾ ਤੇ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਦੇ ਉੱਤੇ ਵੀ ਹੋ ਸਕਦਾ। ਸਿਰਫ ਦਹਿਸ਼ਤਗਰਦ, ਸਾਰਾ ਦੇਸ਼ ਦਹਿਸ਼ਤਗਰਦ ਨਹੀਂ ਆ, ਪਰ ਉਹਨਾਂ ਦਾ ਪ੍ਰਚਾਰ ਜ਼ਿਆਦਾ ਕੀਤਾ ਜਾਵੇ, ਲੋਕਾਂ ਦੀਆਂ ਦਿੱਕਤਾਂ ਦਾ ਘੱਟ ਕੀਤਾ ਜਾਵੇ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਉੱਠਦਾ ਸਰਕਾਰ ਦੇ ਉੱਤੇ ਕਿ ਸਰਕਾਰ ਨੂੰ ਦੂਸਰੇ ਮੁੱਦੇ ਦੇ ਨਾਲ ਜੋੜ ਕੇ ਕਿਉਂ ਪੇਸ਼ ਕਰਦੀ ਆ, ਜਿੱਥੇ ਰੀਅਲ ਸੰਕਟ ਹੈ ਉਸ ਨੂੰ ਕਿਉਂ ਨਹੀਂ ਪੇਸ਼ ਕੀਤਾ ਜਾਂਦਾ। ਮੈਂ ਇਸ ਗੱਲ ਦੇ ਕੋਈ ਅੰਕੜੇ ਨਹੀਂ ਦੇ ਸਕਦਾ ਕਿ ਕਾਰੋਬਾਰ 'ਚ ਕਿੰਨਾ ਨੁਕਸਾਨ ਹੋਇਆ, ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਜਦੋਂ 86% ਦੀ ਕਰੰਸੀ ਤੁਸੀਂ ਬਾਹਰ ਕਰ ਦਿੱਤੀ, ਬਕਾਇਆ 14 ਬਚ ਗਈ। ਮੈਨੂੰ ਨਹੀਂ ਪਤਾ ਹੁਣ ਨਵੀਂ ਛਪਣ ਤੋਂ ਬਾਅਦ ਅੱਜ ਦੀ ਤਰੀਕ ਦੇ ਵਿੱਚ ਕੁੱਲ ਛਪੀ ਕਰੰਸੀ ਕੁੱਲ ਦਾ ਜਿਹੜੀ ਅਸੀਂ ਛਾਪਣੀ ਆ ਉਹਦਾ 20% ਆ ਕਿ 30% ਆ। ਮੈਂ ਇਸ ਗੱਲ ਦਾ ਕੋਈ ਅੰਕੜਾ ਨਹੀਂ ਦੇ ਸਕਦਾ ਕਿਉਂਕਿ ਇਦਾਂ ਦੀ ਰਿਪੋਰਟ ਹਾਲੇ RBI ਨੇ ਵੀ ਕੋਈ ਜਾਰੀ ਨਹੀਂ ਕੀਤੀ ਕਿ ਕਿੰਨੇ % ਨੋਟ ਅਸੀਂ ਛਾਪ ਚੁੱਕੇ ਆ। ਇਸ ਕਰਕੇ ਜਦੋਂ ਤੁਹਾਡੇ ਕੋਲੇ 100% ਦੀ ਕਰੰਸੀ ਚੱਲਣ ਦੇ ਵਿੱਚ ਨਹੀਂ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਡਾ ਦੇਸ਼ ਦੇ ਵਿੱਚ ਕਾਰੋਬਾਰਾਂ ਨੂੰ ਨੁਕਸਾਨ ਨਹੀਂ ਹੋਇਆ। ਸਰਕਾਰ ਇਹਨਾਂ ਦੇ ਉੱਤੇ ਜੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕਰੇ ਤਾਂ ਇਹ ਬਿਲਕੁਲ ਗਲਤ ਹੈ। ਸਰਕਾਰ ਨੂੰ ਬਹੁਤ ਕਲੀਅਰਲੀ ਮੰਨਣਾ ਚਾਹੀਦਾ ਕਿ ਕੀ ਹੋਇਆ ਵਾ ਤੇ ਇਸ ਨੁਕਸਾਨ ਦੀ ਉਹ ਭਰਪਾਈ ਕਿਵੇਂ ਕਰਨ ਜਾ ਰਹੀ ਹੈ। ਸਰਕਾਰ ਨੇ ਜਿਹੜਾ ਇੱਕ ਕਦਮ ਤਾਜ਼ਾ ਚੱਕਿਆ ਉਹ ਇਹ ਹੈ ਕਿ ਜਿਹੜਾ ਬਜਟ ਆਮ ਤੌਰ ਤੇ 28 ਫਰਵਰੀ ਦੇ ਲਾਗੇ ਚਾਗੇ ਜਾ ਪੇਸ਼ ਕੀਤਾ ਜਾਂਦਾ ਉਹ 1 ਫਰਵਰੀ ਨੂੰ ਲਗਭਗ 1 ਮਹੀਨਾ ਪਹਿਲਾਂ ਕਰ ਦਿੱਤਾ ਜਾਏਗਾ ਤਾਂ ਕਿ ਸਰਕਾਰ ਜਿਹੜੀ ਨਿਊ ਪਲੈਨਿੰਗ ਹੈ ਨਵੇਂ ਵਿੱਤੀ ਸਾਲ ਦੇ ਲਈ ਥੋੜੀ 1 ਮਹੀਨਾ ਪਹਿਲਾਂ ਅਗਾਊਂ ਕਰ ਸਕੇ। ਇਹ ਇੱਕ ਕਦਮ ਉਹਨਾਂ ਨੇ ਚੁੱਕਿਆ, ਇਹਦਾ ਕਿੰਨਾ ਫਾਇਦਾ ਹੋਏਗਾ ਕਹਿ ਨਹੀਂ ਸਕਦੇ। ਪ੍ਰਧਾਨ ਮੰਤਰੀ ਦਾ 3 ਜਾਂ 4 ਦਿਨ ਪਹਿਲਾਂ ਇੱਕ ਬਿਆਨ ਆਇਆ ਸੀ ਜਿਹਦੇ 'ਚ ਇਹ ਤਾਂ ਨਹੀਂ ਕਿਹਾ ਗਿਆ ਕਿ 50 ਦਿਨਾਂ ਦੇ ਵਿੱਚ ਅਸੀਂ ਕੀ ਪ੍ਰਾਪਤ ਕਰ ਲਿਆ। ਉਹਦੇ 'ਚ ਇੱਕ ਗੱਲ ਜ਼ਰੂਰ ਕਹੀ ਗਈ ਕਿ ਹੁਣ ਅਗਲੇ 50 ਦਿਨ ਜਿਹੜੇ ਨੇ ਉਹ ਬੇਈਮਾਨਾਂ ਦੇ ਉੱਤੇ ਭਾਰੀ ਪੈਣਗੇ। ਉਹ ਕਿਵੇਂ ਪੈਣਗੇ ਬੇਈਮਾਨਾਂ ਦੇ ਉੱਤੇ ਭਾਰੀ ਮੈਨੂੰ ਨਹੀਂ ਪਤਾ। ਜੇ ਅਸੀਂ ਇਹ ਗੱਲ ਨੋਟ ਕਰੀਏ ਕਿ ਕਿਸੇ ਦਾ ਫਾਇਦਾ ਹੋਇਆ, ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਜਾਣ ਕੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਗਈ। ਸਭ ਤੋਂ ਜ਼ਿਆਦਾ ਫਾਇਦਾ ਇਸ ਪੂਰੀ ਮੂਵ ਦੇ ਵਿੱਚ ਹੋਇਆ ਔਰ ਕਿੰਨੇ ਫੀਸਦੀ ਹੋਇਆ। ਪੇਟੀਐਮ ਕਿਹਾ ਜਾਂਦਾ ਵਾ ਕਿ ਉਹਨਾਂ ਨੂੰ 700% ਤੱਕ ਫਾਇਦਾ ਹੋਇਆ। ਤੇ ਅਗਲੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਵਾਂ ਕਿ ਕੈਸ਼ਲੈਸ ਇਕਨੋਮੀ, ਤੁਸੀਂ ਕਾਲਾ ਧਨ ਦਹਿਸ਼ਤ ਕੈਸ਼ਲੈਸ ਦੇ ਉੱਤੇ ਪਹੁੰਚ ਸਕਦੇ ਜਾਂਦੇ ਹੋ। ਤੇ ਜੇ ਮੈਂ ਉਸ ਟੀਵੀ ਦੀ ਜਨਤਾ ਪਾਰਟੀ ਤੇ ਸਰਕਾਰ ਦੀ ਸਪੋਰਟ ਕਰਦਾ ਤੇ ਉਸ ਟੀਵੀ ਦੇ ਹਵਾਲੇ ਨਾਲ ਗੱਲ ਕਰਾਂ, ਜ਼ੀ ਟੀਵੀ ਦੇ ਹਵਾਲੇ ਨਾਲ, ਤਾਂ ਰਾਤੀ ਹੀ ਉਹਨਾਂ ਦਾ ਪੂਰੇ ਦੇਸ਼ ਦੇ 40 ਕਰੋੜ ਲੋਕ ਨੇ ਜਿਹੜੇ ਨੈਟ ਦਾ ਇਸਤੇਮਾਲ ਕਰਦੇ ਨੇ ਔਰ ਨੈਟ ਦਾ ਇਸਤੇਮਾਲ ਕਰਨ ਵਾਲੇ 40 ਕਰੋੜ ਲੋਕਾਂ ਦੇ ਵਿੱਚ ਵੀ ਸਾਰਿਆਂ ਲੋਕਾਂ ਨੂੰ ਨੈਟ ਦੀ ਸੁਵਿਧਾ ਇੱਕੋ ਰੇਸ਼ੋ ਦੇ ਵਿੱਚ ਨਹੀਂ ਮਿਲਦੀ। ਕਈਆਂ ਥਾਵਾਂ ਤੇ ਬਹੁਤ ਵੱਡਾ ਸੰਕਟ ਹੈ। ਉਹਨਾਂ ਨੇ ਵਾਲੇ ਕੁਝ ਖੇਤਰ ਵੀ ਦਿਖਾਏ ਔਰ ਜਦੋਂ ਦੇਸ਼ ਦੇ 40 ਕਰੋੜ ਲੋਕਾਂ ਦੇ ਕੋਲੇ ਨੈਟ ਪੂਰੀ ਤਰ੍ਹਾਂ ਨਹੀਂ ਪਹੁੰਚ ਰਿਹਾ ਤੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਦੇ ਭਾਰਤੀ ਜਨਤਾ
ਤਰਗੇ ਵਾਲੇ ਲੋਕਾਂ ਨੂੰ ਗੁੰਮਰਾਹ ਕਰਨ ਕਿ ਅਸੀਂ ਕੈਸ਼ਲੈਸ ਇਕਨੋਮੀ ਤੇ ਜਾ ਰਹੇ ਹਾਂ, ਤਾਂ ਮੇਰਾ ਖਿਆਲ ਹੈ ਕਿ ਇਹ ਬਹੁਤ ਵੱਡੇ ਝੂਠ ਨੇ, ਜਿਨ੍ਹਾਂ ਝੂਠਾਂ ਤੋਂ ਘੱਟੋ ਘੱਟ ਸਰਕਾਰ ਦੇ ਸੀਨੀਅਰ ਨੇਤਾਵਾਂ ਨੂੰ, ਵਿੱਤ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ ਤਾਂ ਜ਼ਰੂਰ ਗੁਰੇਜ਼ ਕਰਨਾ ਚਾਹੀਦਾ। ਪਰ ਤੁਸੀਂ ਦੇਖ ਰਹੇ ਹੋ ਕੋਈ ਨਹੀਂ ਕਰ ਰਿਹਾ। ਇਹ ਗੱਲ ਮੇਰੀ ਲੰਬੀ ਹੋ ਗਈ, ਮੈਂ ਆਪਣੀ ਗੱਲ ਖਤਮ ਕਰਦਾ ਅੱਗੇ। ਫਾਇਦੇ ਦੀ ਗੱਲ ਆ ਰਹੀ ਹੈ, ਪੇਟੀਐਮ ਦੇ ਫਾਇਦੇ 700% ਪੇਟੀਐਮ ਨੂੰ ਫਾਇਦਾ ਹੋਇਆ, ਇਹ ਵੀ ਗੱਲ ਕੀਤੀ ਜਾ ਰਹੀ ਹੈ। ਪਰ ਆਪੋਜੀਸ਼ਨ ਪਾਰਟੀਆਂ ਦਾ ਤਾਂ ਇਹ ਵੀ ਇਲਜ਼ਾਮ ਆ ਕਿ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਇਹਦੇ ਪਿੱਛੇ ਸੋਚ ਆਉਣ ਵਾਲੀਆਂ ਇਲੈਕਸ਼ਨ ਵਿੱਚ ਬੀਜੇਪੀ ਨੂੰ ਫਾਇਦਾ ਹੋਵੇ, ਉਹਦੇ ਨਾਲ ਇਹਨੂੰ ਮਿਲਾ ਕੇ ਦੇਖਿਆ ਜਾ ਰਿਹਾ ਵਾ। ਸਮਾਂ ਜ਼ਿਆਦਾ ਨਹੀਂ ਹੈ, ਸਾਰੇ ਜਣੇ ਇਸ ਗੱਲ ਤੇ ਕਮੈਂਟ ਨਹੀਂ ਕਰ ਪਾਓਗੇ, ਪਰ ਓਪਨ ਡਿਬੇਟ ਜਿਹੜਾ ਮਰਜ਼ੀ ਇੱਥੇ ਕਮੈਂਟ ਕਰਨਾ ਚਾਹੇ ਪਲੀਜ਼ ਗੋ ਹੈਡ। ਸਰ 1 ਸੈਕਿੰਡ ਲਊਂਗਾ ਬਸ। ਪੇਟੀਐਮ ਨੂੰ ਫਾਇਦਾ ਹੋ ਰਿਹਾ ਸਰ, ਜਦੋਂ ਕੰਪਿਊਟਰ ਦਾ ਯੁੱਗ ਆਇਆ ਸੀਗਾ ਉਦੋਂ ਮਾਈਕਰੋਸਾਫਟ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਸੀਗਾ। ਕਿ ਉਹਦੇ ਫਾਇਦੇ ਦੇ ਚੱਕਰ ਦੇ ਵਿੱਚ ਕਿ ਉਹਨੂੰ ਫਾਇਦਾ ਹੁੰਦਾ ਤਾਂ ਕੰਪਿਊਟਰ ਦਾ ਯੁੱਗ ਹੀ ਨਾ ਆਉਂਦਾ। ਪੇਟੀਐਮ ਨੂੰ ਫਾਇਦਾ ਹੁੰਦਾ ਪਿਆ, ਉਹ ਪੇਟੀਐਮ ਨੇ ਜਿਹੜਾ ਐਪ ਬਣਾਇਆ ਉਹਦੇ ਕਰਕੇ। ਜੇ ਲੋਕੀ ਡਿਜੀਟਲਾਈਜੇਸ਼ਨ ਲਈ ਪੇਟੀਐਮ ਡਾਊਨਲੋਡ ਕਰਦੇ ਪਏ ਆ। ਸਵਾਲ ਕੁਝ ਹੋਰ ਸੀ ਦਲਰਾਜ ਸਿੰਘ ਜੀ, ਸਵਾਲ ਕੁਝ ਹੋਰ ਸੀ ਸਰ। ਮੈਂ ਉਸ ਸਵਾਲ ਦਾ ਜਵਾਬ ਦੇ ਰਿਹਾ ਜੋ ਸੰਦੀਪ ਜੀ ਹੁਣੇ ਕਹਿ ਕੇ ਹਟੇ ਕਿ ਪੇਟੀਐਮ ਨੂੰ 700-800% ਦਾ ਫਾਇਦਾ ਹੋ ਗਿਆ। ਜੇ ਉਹਨਾਂ ਨੂੰ ਫਾਇਦਾ ਹੋਣ ਦੇ ਨਾਲ ਕੰਟਰੀ ਦੇ ਕੁਝ ਲੋਕ ਚਾਹੇ 1000, 2000, 5000, 10000, 1 ਕਰੋੜ, 2 ਕਰੋੜ, 5 ਕਰੋੜ ਕੁਝ ਲੋਕ ਡਿਜੀਟਲ ਵਰਲਡ ਦੇ ਨਾਲ ਜੁੜੇ ਹੈਗੇ ਆ ਤੇ ਉਹਦਾ ਫਾਇਦਾ ਇੰਡੀਆ ਨੂੰ ਵੀ ਹੋਇਆ ਵਾ, ਉਹਦਾ ਫਾਇਦਾ ਸਰਕਾਰ ਨੂੰ ਵੀ ਹੋਏਗਾ, ਉਹਦਾ ਫਾਇਦਾ ਸਾਰਿਆਂ ਨੂੰ ਹੋਏਗਾ ਕਿ ਅਸੀਂ ਇੱਕ ਨਵੇਂ ਯੁੱਗ ਵੱਲ ਜਾ ਰਹੇ ਆ। 21ਵੀਂ ਸਦੀ ਚੱਲਦੀ ਪਈ ਹੈਗੀ ਆ। ਜੇ ਆਪਾਂ ਇਹ ਕਵਾਂਗੇ ਪੇਟੀਐਮ ਨੂੰ ਫਾਇਦਾ ਹੋ ਰਿਹਾ, ਪੇਟੀਐਮ ਨੂੰ ਫਾਇਦਾ ਨਹੀਂ ਹੋਣਾ ਚਾਹੀਦਾ, ਸਰਕਾਰ ਨੇ ਜਾਣਬੁੱਝ ਕੇ ਪੇਟੀਐਮ ਨੂੰ ਫਾਇਦਾ ਪੜਾਇਆ, ਤੇ ਉਹੀ ਗੱਲ ਹੋ ਜਾਏਗੀ ਕਿ ਜਦੋਂ ਕੰਪਿਊਟਰ ਦਾ ਯੁੱਗ ਆਇਆ ਸੀਗਾ ਉਦੋਂ ਮਾਈਕਰੋਸਾਫਟ ਨੂੰ ਫਾਇਦਾ ਹੋਇਆ ਸੀਗਾ। ਕੀ ਉਹ ਫਾਇਦਾ ਨਹੀਂ ਹੋਣਾ ਚਾਹੀਦਾ ਸੀਗਾ? ਜਿਹੜੀਆਂ ਚੀਜ਼ਾਂ ਚੰਗੀਆਂ ਹੁੰਦੀਆਂ ਵਾ ਦੇਸ਼ ਲਈ, ਅੱਗੇ ਭਵਿੱਖ ਲਈ, ਇਲੈਕਟ੍ਰੋਨਿਕ ਟੈਕਨੋਲੋਜੀ ਚੰਗੀ ਚੀਜ਼ ਹੈਗੀ ਆ, ਉਹਨੂੰ ਯੂਜ਼ ਕਰਨਾ ਚਾਹੀਦਾ ਵਾ। ਉਹਨੂੰ ਯੂਜ਼ ਕਰਨ ਦੇ ਨਾਲ ਜੇ ਉਹਦੇ ਨਾਲ ਜੁੜੀਆਂ ਕੰਪਨੀਆਂ ਨੂੰ ਫਾਇਦਾ ਹੁੰਦਾ ਵਾ ਤੇ ਮੈਨੂੰ ਉਹਦੇ ਵਿੱਚ ਕੋਈ ਬੁਰਾਈ ਨਹੀਂ ਲੱਗਦੀ। ਦਲਰਾਜ ਜੀ, ਮੇਰਾ ਨਹੀਂ ਖਿਆਲ ਕਿ ਮੈਂ ਇਦਾਂ ਕਿਹਾ ਸੀ ਕਿ ਪੇਟੀਐਮ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕੀਤੀ। ਮੈਂ ਸਿਰਫ ਇਹ ਕਿਹਾ ਸੀ ਕਿੱਥੇ ਕਿੱਥੇ ਕੀ ਵਾਪਰਿਆ, ਸਿਰਫ ਪੇਟੀਐਮ ਨੂੰ ਫਾਇਦਾ ਹੋਇਆ। ਹਾਲਾਂਕਿ ਇਸ ਮੂਵ ਦੇ ਨਾਲ ਜੁੜੀਆਂ ਹੋਰ ਗੱਲਾਂ ਵੀ ਕੀਤੀਆਂ ਜਾਂਦੀਆਂ। ਲੋਕ ਇਸ ਗੱਲ ਨੂੰ ਵੀ ਹੌਲੀ ਹੌਲੀ ਸਮਝਣ ਦਾ ਯਤਨ ਕਰ ਰਹੇ ਨੇ ਕਿ ਬੈਂਕਾਂ ਦੇ ਸੰਕਟ ਨੂੰ ਹੱਲ ਕਰਨ ਲਈ ਕੋਸ਼ਿਸ਼ ਕੀਤੀ ਗਈ ਆ, ਪਰ ਉਸ ਨੁਕਤੇ ਉੱਤੇ ਗੱਲ ਚੱਲ ਨਹੀਂ ਸੀ ਰਹੀ। ਮੈਂ ਇਸ ਕਰਕੇ ਮੈਂ ਉਹਦੀ ਡਿਟੇਲ 'ਚ ਨਹੀਂ ਗਿਆ। ਮੈਂ ਇਹ ਨਹੀਂ ਕਿਹਾ ਕਿ ਪੇਟੀਐਮ ਨੂੰ ਫਾਇਦਾ ਕਿਉਂ ਕੀਤਾ ਜਾਂ ਕਰਵਾਇਆ ਗਿਆ। ਮੈਂ ਸਿਰਫ ਇਹ ਕਿਹਾ ਕਿ ਜੋ ਨੁਕਸਾਨ ਹੋਇਆ ਉਹਦੀ ਭਰਪਾਈ ਕਿਵੇਂ ਹੋਏਗੀ, ਉਹਦੇ ਬਾਰੇ ਸਰਕਾਰ ਗੱਲਾਂ ਨਹੀਂ ਕਰ ਰਹੀ। ਜਿਹੜੀਆਂ ਗੱਲਾਂ ਗੁੰਮਰਾਹ ਕਰਨ ਵਾਲੀਆਂ ਉਹਨਾਂ ਦੀ ਗੱਲ ਕਰ ਰਹੀ। ਤੁਸੀਂ ਪੇਟੀਐਮ ਦੇ ਫਾਇਦੇ ਦੀ ਗੱਲ ਕੀਤੀ, ਪਰ ਤੁਸੀਂ ਇਸ ਗੱਲ ਤੇ ਮੈਨੂੰ ਸਰ ਗੁੰਮਰਾਹ ਕਰਨ ਵਾਲੀ ਇਹ ਤਾਂ ਆਪਣੀ ਸੋਚ ਹੈਗੀ ਆ। ਤੁਹਾਨੂੰ ਤਾਂ 8 ਨਵੰਬਰ ਤੋਂ ਹੀ ਗੁੰਮਰਾਹ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਲੱਗਦੀਆਂ ਪਈਆਂ ਸੀਗੀਆਂ, ਪਰ ਮੈਨੂੰ ਇਹਦੇ ਵਿੱਚ ਸਰਕਾਰ ਜੋ ਕੁਝ ਵੀ ਕਹਿੰਦੀ ਪਈ ਆ ਗੁੰਮਰਾਹ ਕਰਨ ਵਾਲੀ ਗੱਲ ਕੋਈ ਵੀ ਨਹੀਂ ਲੱਗਦੀ ਪਈ। ਓਕੇ ਮੈਂ ਬੰਦ ਕਰ ਦੇਣਾ, ਨੋ ਪ੍ਰੋਬਲਮ। ਇਹਦੇ ਨਾਲ ਸ਼ਾਇਦ ਤੁਸੀਂ ਜ਼ਿਆਦਾ ਸੱਚੇ ਸਾਬਤ ਹੋ ਜਾਓ। ਸ਼ਾਇਦ ਦਲਰਾਜ ਜੀ ਦੀ ਉਹੀ ਗੱਲ ਹੈ ਨਾ ਸਰ। ਨਹੀਂ, ਸ਼ਾਇਦ ਤੁਸੀਂ ਜ਼ਿਆਦਾ ਬੋਲ ਕੇ ਵਿੱਚੋਂ ਟੋਕ ਕੇ ਜ਼ਿਆਦਾ ਸੱਚੇ ਸਾਬਤ ਹੋ ਜਾਓ। ਮਤਲਬ ਇਹ ਉਹੀ ਮੈਂ ਕਹਿਣਾ ਪੈਣਾ ਸਰ, ਉਹੀ ਮੈਂ ਕਹਿਣਾ ਪਿਆ। ਇਹ ਤਾਂ ਆਪਣੀ ਸੋਚ ਹੈਗੀ ਹੈ ਕਿਹੜਾ ਕੀ ਕਿਹੜੀ ਚੀਜ਼ ਨੂੰ ਕਿੱਦਾਂ ਦੇਖਦਾ ਪਿਆ ਵਾ। ਤੁਸੀਂ ਤਾਂ 8 ਨਵੰਬਰ ਨੂੰ ਜਦੋਂ ਡੀਮੋਨੇਟਾਈਜੇਸ਼ਨ ਹੋਈ ਸੀ 9 ਨਵੰਬਰ ਤੋਂ ਤੁਸੀਂ ਕਹਿਣ ਲੱਗ ਪਏ ਕਿ ਗਲਤ ਫੈਸਲਾ ਹੈ। ਥੋੜੀ ਜੀ ਗੱਲ ਆਪਾਂ ਅੱਗੇ ਵਧਾਉਂਦੇ ਆ। ਗਲਤ ਹੈ ਥੋੜੀ ਜਿਹੀ ਮੈਂ ਗੱਲ ਤੁਹਾਡੇ ਕਹਿਣ ਦੇ ਨਾਲ ਗਲਤ ਨਹੀਂ ਨਾ ਹੋਣਾ ਸਰ, ਤੁਹਾਡੇ ਕਹਿਣ ਦੇ ਨਾਲ ਗਲਤ ਨਹੀਂ ਹੋਣਾ। 80-90% ਜਿਹੜੇ ਇੰਡੀਅਨ ਦੇ ਫੈਸਲੇ ਨੂੰ ਸਹੀ ਕਹਿੰਦੇ ਪਏ ਆ ਉਹ ਫੈਸਲਾ ਸਹੀ ਹੋਣਾ ਵਾ। ਸਿਰਫ 1 ਜਾਂ 2 ਜਾਂ 10 ਬੰਦਿਆਂ ਦੇ ਗਲਤ ਕਹਿਣਾ ਗਲਤ ਨਹੀਂ ਹੋ ਜਾਣਾ ਫੈਸਲਾ। ਓਕੇ ਦਲਰਾਜ ਸਿੰਘ ਜੀ, ਮੈਂ ਗੱਲ ਥੋੜੀ ਜਿਹੀ ਅੱਗੇ ਵਧਾਉਣਾ ਚਾਹੁੰਦਾ। ਹੁਣ ਮੈਨੂੰ ਤੁਸੀਂ ਆਗਿਆ ਦਿਓਗੇ? ਦੁਨੀਆ ਦੇ ਵਿੱਚ ਜਦੋਂ ਫੈਸਲੇ ਹੁੰਦੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਲੋਕ ਕਿਵੇਂ ਸਮਝਦੇ ਨੇ, ਲੰਮੇ ਸਮੇਂ 'ਚ ਕਿਵੇਂ ਸਮਝਦੇ ਨੇ, ਇਹਦੇ ਬਾਰੇ ਜੇ ਕੋਈ ਅਗਾਊਂ ਕਹਿ ਦਿੰਦਾ ਤਾਂ ਉਹਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ। ਮੈਂ ਬਹੁਤ ਵਾਰੇ ਉਦਾਹਰਨ ਦੇ ਚੁੱਕਾ ਕਿ ਨਸਬੰਦੀ ਨੂੰ ਲੋਕਾਂ ਨੇ ਬਹੁਤ ਸਪੋਰਟ ਕੀਤੀ ਸੀ ਔਰ ਉਹੀ ਬਾਅਦ ਦੇ ਵਿੱਚ ਕਾਂਗਰਸ ਦੀਆਂ ਨਸਬੰਦੀ ਨੂੰ ਨੋਟਬੰਦੀ ਨਾਲ ਜੋੜਨਾ ਮੈਨੂੰ ਲੱਗਦਾ ਕਿ ਆਪਣੇ ਆਪ ਵਿੱਚ ਬਹੁਤ ਵੱਡਾ ਉਹਦੇ ਤੇ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਜੀ ਲੈਟ ਹਿਮ ਫਿਨਿਸ਼। ਦਲਰਾਜ ਸਿੰਘ ਜੀ ਉਹਨਾਂ ਨੂੰ ਗੱਲ ਪੂਰੀ ਕਰ ਦਿਓ ਫਿਰ ਤੁਸੀਂ ਬੋਲ ਲਿਓ। ਹਰਪ੍ਰੀਤ ਜੀ ਤੁਸੀਂ ਸਾਰੇ ਬੋਲੋ, ਮੈਂ ਚੁੱਪ ਪਿਆ, ਮੈਂ ਸੁਣ ਰਿਹਾ। ਦਲਰਾਜ ਸਿੰਘ ਜੀ ਚਲੋ ਤੁਸੀਂ ਬੋਲੋ ਪਹਿਲਾਂ। ਦਲਰਾਜ ਸਿੰਘ ਜੀ ਪਲੀਜ਼ ਗੋ ਹੈਡ।
ਬਿਲਕੁਲ ਹੈਪੀ ਜੀ, ਬੋਲੋ, ਨਸਬੰਦੀ ਨੂੰ ਬੋਲੋ, ਤੁਸੀਂ ਨੋਟਬੰਦੀ ਜੋ ਦੇ ਨਾਲ ਬੋਲਣਾ ਜੋੜ ਬੋਲੋ। ਆਪਣੇ ਆਪ ਹੀ ਬਹੁਤ ਹਾਸੋਹਾਣੀ ਜੀ ਗੱਲ ਲੱਗਦੀ ਹੈਗੀ ਆ। ਕਿੱਥੇ ਮੈਂ ਕਹਿੰਦਾ ਨੋਟਬੰਦੀ ਤੁਸੀਂ ਤੇ ਕਿੱਥੇ ਹਾਸੋ ਹੀ ਨਹੀਂ, ਨਸਬੰਦੀ। ਮੈਨੂੰ ਬੋਲਣ ਜਿਹੜੇ ਤਾਂ ਦਿਓ। ਦਰਸ਼ਕ ਜਿਹੜੇ ਸਾਡੇ ਸਰ ਹੁਣ ਮੈਨੂੰ ਕੰਪਲੀਟ ਕਰ ਲੈਂਦੇ ਸਰ, ਤੁਸੀਂ ਕਿਹਾ ਕਿ ਤੁਸੀਂ ਬੋਲੋ, ਹੁਣ ਬੋਲ ਨਹੀਂ, ਲੈਂਦੇ ਹੋ ਮੈਂ- ਮੈਨੂੰ। ਜਿਹੜੇ ਸਾਡੇ ਹਾਂ, ਵਿਊਅਰਸ ਵੀ ਬੋਲੋ। ਦੇਖਦੇ ਹੋਣਗੇ ਉਹ ਵੀ ਹੱਸਦੇ ਹੋਣਗੇ ਕਿ ਨਸਬੰਦੀ ਨੂੰ ਨੋਟਬੰਦੀ ਦੇ ਨਾਲ ਜੋੜਦੇ ਪਏ ਹੈਗੇ ਆ, ਪਹਿਲੀ ਗੱਲ। ਦੂਜੀ ਗੱਲ, ਉਹ ਬਹੁਤ ਪੁਰਾਣਾ ਸਮਾਂ ਸੀਗਾ ਜਿਹੜਾ ਨਸਬੰਦੀ ਵਾਲਾ ਸੀਗਾ। ਕੀ ਉੱਥੇ ਫੌਰੀ ਤੌਰ ਤੇ ਹੋਇਆ, ਕੀ ਬਾਅਦ ਦੇ ਤੌਰ ਤੇ ਹੋਇਆ, ਉਹ ਇੱਕ ਅੱਡ ਚੀਜ਼ ਹੈ। ਪਰ ਹੁਣ ਕੀ ਹੋਣ ਜਾ ਰਿਹਾ, ਕਿੱਧਰ ਇਕਨੋਮੀ ਸਾਡੀ ਜਾਂਦੀ ਪਈ ਹੈ, ਕੀ ਕੁਝ ਫੜਿਆ ਜਾਂਦਾ ਪਿਆ, ਕਿੰਨਾ ਕਾਲਾ ਪੈਸਾ ਨਿਕਲਿਆ ਵਾ, ਕੀ ਅੱਗੇ ਡਿਜੀਟਲਾਈਜੇਸ਼ਨ ਦੇ ਨਾਲ ਇੰਡੀਆ ਨੂੰ ਫਾਇਦਾ ਹੋ ਗਿਆ। ਹੁਣ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ। ਹਜੇ ਵੀ ਆਪਾਂ ਉਸੇ ਹੀ ਪੁਆਇੰਟ ਨੂੰ ਲੈ ਕੇ ਅੜੇ ਹੋਏ ਆ ਕਿ ਨਸਬੰਦੀ 'ਚ ਕੀ ਹੋਇਆ ਸੀਗਾ, ਉਹ ਹੀ ਚੀਜ਼ਾਂ ਨੋਟਬੰਦੀ 'ਚ ਹੋਣਗੀਆਂ। ਉਹ ਬੜੀਆਂ ਹਾਸੋਹਾਣੀਆਂ ਜਿਹੀਆਂ ਗੱਲਾਂ, ਮੈਨੂੰ ਲੱਗਦਾ ਕਿ ਇਹ ਸਾਨੂੰ ਹੁਣ ਕਰਨੀਆਂ ਨਹੀਂ ਚਾਹੀਦੀਆਂ। ਹਰਪ੍ਰੀਤ ਜੀ, ਹੁਣ ਮੈਨੂੰ ਮੌਕਾ ਮਿਲੇਗਾ ਜੀ? सबरीत जी प्लीज, पर टाइम ध्यान से रखियो, सिर्फ 2 मिनट प्लीज। ਨਹੀਂ, ਮੈਂ ਬਹੁਤ ਘੱਟ ਟਾਈਮ ਲਊਂ। ਦਿਲਰਾਜ ਜੀ, ਪਹਿਲਾਂ ਨਾ ਜੋ ਮੈਂ ਕਿਹਾ ਹੁੰਦਾ ਉਹਨੂੰ ਧਿਆਨ ਨਾਲ ਸੁਣ ਲਿਆ ਕਰੋ, ਔਰ ਫਿਰ ਜੋ ਮਰਜ਼ੀ ਆਪਣੇ ਵਿਚਾਰ ਦਿਆ ਕਰੋ। ਮੈਂ ਇਹ ਕਿਹਾ ਸੀ ਕਿ ਫੌਰੀ ਤੌਰ ਤੇ ਨਸਬੰਦੀ ਨੂੰ ਦੇਸ਼ ਨੇ ਬਹੁਤ ਸਪੋਰਟ ਕੀਤੀ ਸੀ, ਬਾਅਦ ਦੇ ਵਿੱਚ ਉਹ ਕਾਂਗਰਸ ਦੇ ਉੱਤੇ ਭਾਰੀ ਪੈ ਗਿਆ। ਇਸ ਕਰਕੇ ਮੈਂ ਇਹ ਵੀ ਕਹਿ ਰਿਹਾ ਕਿ ਜੇ ਨੋਟਬੰਦੀ ਨੂੰ ਬਹੁਤ ਸਪੋਰਟ ਮਿਲ ਰਹੀ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਕੱਲ ਨੂੰ ਇਹਦੇ ਬਾਰੇ ਲੋਕਾਂ ਦੀ ਰਾਏ ਨਹੀਂ ਬਦਲ ਸਕਦੀ। ਮੈਂ ਸਿਰਫ ਇੰਨੀ ਗੱਲ ਕਹਿ ਰਿਹਾ, ਜੇ ਬਦਲ ਜੂਗੀ ਤੇ ਮੈਂ ਠੀਕ ਹੋ ਜਾਊਂਗਾ, ਜੇ ਨਹੀਂ ਬਦਲੂਗੀ ਤਾਂ ਤੁਸੀਂ ਠੀਕ ਹੋ। ਇਸ ਕਰਕੇ ਸੰਕਟ ਵਾਲੀ ਕੋਈ ਗੱਲ ਨਹੀਂ। ਇਤਿਹਾਸ ਨੇ ਸਾਬਤ ਕਰ ਦੇਣਾ, ਭਵਿੱਖ ਨੇ ਸਾਬਤ ਕਰ ਦੇਣਾ। ਗੱਲ ਸਿਰਫ ਇੰਨੀ ਮੈਂ ਕਰ ਰਿਹਾ। ਔਰ ਦੂਸਰੀਆਂ ਗੱਲਾਂ ਜਿਹੜੀਆਂ ਮੈਂ ਪਹਿਲਾਂ ਕਰ ਚੁੱਕਿਆ, ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਦਾ। ਮੈਂ ਸਿਰਫ ਇਹ ਕਹਿ ਰਿਹਾ ਕਿ ਸਰਕਾਰ ਦੇ ਜਦੋਂ ਅੰਕੜੇ ਮੰਨਦੇ ਨੇ ਕਿ 3 ਤੋਂ 5% ਕਾਲਾ ਧਨ ਨਗਦੀ ਦੀ ਸ਼ਕਲ 'ਚ ਹੁੰਦਾ, 95% ਜਾਂ 97% ਕਾਲਾ ਧਨ ਹੋਰਨਾਂ ਥਾਵਾਂ ਦੇ ਉੱਤੇ ਹੁੰਦਾ, ਤੇ ਉਦੋਂ 125 ਕਰੋੜ ਨੂੰ 3 ਜਾਂ 5% ਦੇ ਲਈ ਫਾਹੇ ਤੇ ਟੰਗਣ ਦੀ ਕੋਸ਼ਿਸ਼ ਕਿਉਂ ਕੀਤੀ ਗਈ? ਤੇ ਜੇ ਕੋਈ ਦਾਅਵਾ ਕਰੇ ਕਿ ਇਹਦੇ ਨਾਲ ਬੜਾ ਕਾਲਾ ਧਨ ਫੜਿਆ ਗਿਆ, ਉਹਦੇ ਉਸ ਕਾਲੇ ਧਨ ਦੇ ਅੰਕੜੇ ਵੀ ਸਾਨੂੰ ਮੇਰਾ ਖਿਆਲ ਹੈ 31 ਮਾਰਚ ਤੋਂ ਬਾਅਦ ਪੂਰੀ ਤਰ੍ਹਾਂ ਸ਼ਾਇਦ ਕਿਸੇ ਹੱਦ ਤੱਕ ਮਿਲ ਜਾਣ। 100% ਤੇ ਸ਼ਾਇਦ ਉਦੋਂ ਵੀ ਨਾ ਮਿਲ ਸਕਣ, ਕਿਉਂਕਿ ਅੰਕੜੇ ਤੇ ਇਸੇ ਪ੍ਰਧਾਨ ਮੰਤਰੀ ਦੀ ਰਹਿਨਮਾਈ ਦੇ ਵਿੱਚ ਨਿਕਲਣੇ ਨੇ ਨਾ, ਜਿਹੜਾ ਰੋਜ਼-ਰੋਜ਼ ਝੂਠ ਬੋਲਦਾ ਰਹਿੰਦਾ। ਨੋਟਬੰਦੀ ਦੇ ਸਵਾਲਾਂ ਦੇ ਉੱਤੇ ਦਹਿਸ਼ਤਗਰਦੀ ਖਤਮ ਹੋ ਗਈ, ਫਲਾਨੀ ਚੀਜ਼ ਖਤਮ ਹੋ ਗਈ, ਸਮਗਲਿੰਗ ਖਤਮ ਹੋ ਗਈ। ਇਸੇ ਪ੍ਰਧਾਨ ਮੰਤਰੀ ਨੇ ਉਹਨਾਂ ਅੰਕੜਿਆਂ ਨੂੰ ਵੀ ਦੀ ਤੇ ਪੈਰਵਾਈ ਕਰਨੀ। ਇਸ ਕਰਕੇ ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠੇ ਬੰਦੇ ਨੂੰ, ਵਿੱਤ ਮੰਤਰੀ ਦੇ ਅਹੁਦੇ ਤੇ ਬੈਠੇ ਬੰਦੇ ਨੂੰ, ਕੈਬਨਿਟ ਦੇ ਮੰਤਰੀਆਂ ਨੂੰ ਘੱਟੋ ਘੱਟ ਚੌਥੇ ਦਰਜੇ ਦੇ ਪਾਰਟੀ ਬੁਲਾਰੇ ਵਾਂਗ ਨਹੀਂ ਬੋਲਣਾ ਚਾਹੀਦਾ, ਤੇ ਸਾਨੂੰ ਵੀ ਸਮਰਥਨ ਕਰਨ ਵੇਲੇ ਇੱਕ ਜਰਨਲਿਸਟ ਵਾਂਗ ਐਟੀਟਿਊਡ ਕਰਨਾ ਚਾਹੀਦਾ। ਆਮ ਭੀੜ ਦੇ ਵਿੱਚ, ਸੱਥ ਦੇ ਵਿੱਚ ਇੱਕ ਦੂਜੇ ਨੂੰ ਟੋਕਣ ਵਾਂਗੂ ਨਹੀਂ ਕਰਨਾ ਚਾਹੀਦਾ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ। थोड़ा जा मैं दिलराज सिंह जी, अपने को दूसरे लोग भी ने, प्लीज ਆਪਾਂ ਥੋੜੀ ਜੀ ਗੱਲ ਨੂੰ ਅੱਗੇ ਵਧਾਈਏ। ਦਿਲਰਾਜ ਸਿੰਘ ਜੀ, ਸੀਪੀ ਸਿੰਘ ਜੀ, ਅਜੇ ਤੱਕ ਅਤੇ ਸਬਦੀਪ ਜੀ, ਤੁਹਾਡੀਆਂ ਗੱਲਾਂ ਤੋਂ ਜੋ ਮੈਨੂੰ ਪਤਾ ਲੱਗਿਆ ਕਿ ਬੜੇ ਆਰਾਮ ਨਾਲ, ਜ਼ਿਆਦਾ ਦਿੱਕਤ ਨਹੀਂ ਹੈ ਕੈਸ਼ ਮਿਲਣ। ਥੋੜਾ ਜਿਹਾ ਮੈਂ ਚੰਡੀਗੜ੍ਹ ਦੀ ਇਲੈਕਸ਼ਨ ਨਾਲ ਜੋੜ ਕੇ ਦੇਖਣਾ ਚਾਹੂੰਗਾ। ਚੰਡੀਗੜ੍ਹ ਦੀ ਇਲੈਕਸ਼ਨ ਤੋਂ ਪਹਿਲਾਂ ਚੰਡੀਗੜ੍ਹ 'ਚ ਮੇਕ ਸ਼ੋਰ ਕਰ ਦਿੱਤਾ ਗਿਆ ਸੀ ਕਿ ਹਰ ਏਟੀਐਮ 'ਚ ਪੈਸੇ ਹੋਣ। ਮੇਰੇ ਖਿਆਲ ਸੀਪੀ ਸਿੰਘ ਜੀ, ਤੁਸੀਂ ਮੇਰੀ ਇਸ ਗੱਲ ਨੂੰ ਕਨਫਰਮ ਕਰੋਗੇ। ਤੁਹਾਡੇ ਨਾਲ ਸ਼ੋਅ ਕਰਦੇ ਕਰਦੇ ਹੀ ਮੈਂ ਫਰੀਦਾਬਾਦ ਵਿੱਚ ਸੋ ਸਾਡਾ ਆਫਿਸ ਜਾਂ ਕਾਲ ਸੈਂਟਰ ਆ, ਉੱਥੇ ਇੱਕ ਮੈਸੇਜ ਕੀਤਾ ਸੀ, ਤੇ ਮੈਂ ਸਾਰੇ ਜਿੰਨੇ ਵੀ ਇਸ ਟਾਈਮ ਉੱਥੇ ਮੌਜੂਦਾ EMPLOYEES ਨੇ ਉਹਨਾਂ ਨੂੰ ਕਿਹਾ ਕਿ ਇਹਦਾ ਜਵਾਬ ਜ਼ਰੂਰ ਦਿਓ। ਮੈਂ ਇੱਕੋ ਹੀ ਸਵਾਲ ਪੁੱਛਿਆ ਸੀ ਕਿ ਕੈਸ਼ ਅਵੇਲੇਬਲ ਆ ATM 'ਚ, ਤਾਂ ਉਹਨਾਂ ਸਭ ਦਾ ਜਵਾਬ ਮੈਨੂੰ 6 ਮੁੰਡਿਆਂ ਦਾ ਜਵਾਬ ਆ ਚੁੱਕਿਆ ਵਾ। ਸਭ ਦਾ ਜਵਾਬ ਨੋ ਨੋ ਨੋ। ਕਿਤੇ ਇਹ ਤੇ ਨਹੀਂ ਜਿੱਦਾਂ ਚੰਡੀਗੜ੍ਹ ਨੂੰ ਟਾਰਗੇਟ ਕੀਤਾ ਗਿਆ ਸੀ, ਜਾਂ ਫਿਰ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੁੰਦੀ ਆ, ਰੈਲੀ ਤੋਂ ਪਹਿਲਾਂ 3-4 ਦਿਨ ਪਹਿਲਾਂ ਮੇਕ ਸ਼ੋਰ ਕੀਤਾ ਜਾਂਦਾ ਵਾ ਇਹਨਾਂ ਏਰੀਆ ਦੇ ਵਿੱਚ ATM 'ਚ ਪੈਸੇ ਹੋਣ। ਕਿਤੇ ਇਹ ਤੇ ਨਹੀਂ ਪੰਜਾਬ ਅਤੇ ਯੂਪੀ 'ਚ ਵੀ ਕੈਸ਼ ਅਵੇਲੇਬਲ ਦੂਜੇ ਸਟੇਟ ਤੋਂ ਦੂਜੇ ਸਟੇਟ ਦੇ ਕੰਪੈਰੀਜ਼ਨ ਬੈਟਰ ਹੋਵੇ, ਕਿਉਂਕਿ ਆਉਣ ਵਾਲੀਆਂ ਇਲੈਕਸ਼ਨਸ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਨਹੀਂ ਹਰਪ੍ਰੀਤ ਜੀ, ਚੰਡੀਗੜ੍ਹ ਦੇ ਨਾਲ ਡੇਰਾਬੱਸੀ ਵੀ ਪੈਂਦਾ ਹੈ, ਮੋਹਾਲੀ ਵੀ ਪੈਂਦਾ, ਮੋਹਾਲੀ ਦੇ ਨਾਲ ਮਰਿੰਡਾ ਵੀ ਪੈਂਦਾ, ਕਈ ਏਰੀਆ ਪੰਜਾਬ ਆ ਗਿਆ। ਸੀਪੀ ਸਿੰਘ ਜੀ, ਅਗੇਨ ਪੰਜਾਬ, ਮੈਂ ਕਿਹਾ ਪੰਜਾਬ ਨੂੰ ਅਤੇ ਦੂਜੇ ਏਰੀਆ ਨੂੰ ਕੰਪੇਅਰ ਕਰੋ। ਮੈਂ ਆਪਣੇ ਕਾਮਨ ਚੈਟ ਰੂਮ ਤੇ ਉਹ ਜੋ ਮੈਨੂੰ ਕਾਲ ਸੈਂਟਰ ਦੇ ਮੈਸੇਜ ਆਏ ਨੇ ਉਹ ਕਾਪੀ ਕਰ ਦੇਣ, ਤੁਸੀਂ ਪੜ੍ਹ ਸਕਦੇ ਜੋ ਕਿ ਫਰੀਦਾਬਾਦ ਤੋਂ ਜੋ ਮੈਸੇਜ ਆਏ ਨੇ ਉਹਨਾਂ ਸਭ ਦਾ ਇਹੀ ਕਹਿਣਾ ਹੈ ਕਿ ਨੋ ਨੋ ਨੋ। ਪਲੀਜ਼ ਗੋ ਹੈਡ। ਬਿਲਕੁਲ ਹਰਪ੍ਰੀਤ ਜੀ, ਹੋ ਸਕਦਾ ਹੈ ਇਦਾਂ ਦੀ ਗੱਲ, ਲੇਕਿਨ ਲੱਗਦੀ ਨਹੀਂ ਹੈ, ਕਿਉਂਕਿ ਦੇਖੋ ਤੁਸੀਂ ਪੰਜਾਬ ਇਲੈਕਸ਼ਨ ਦੀ ਗੱਲ ਕਰ
ਚੰਡੀਗੜ੍ਹ ਦੇ ਵਿੱਚ ਜਿਹੜੇ ਐਮਸੀ ਇਲੈਕਸ਼ਨਸ ਹੋਏ ਸੀਗੇ ਉਦੋਂ ਵੀ ਜਿਹੜੀ ਸਿਚੁਏਸ਼ਨ ਬਹੁਤ ਸੁਧਰ ਗਈ ਸੀ ਬਟ ਹੋਰ ਵੀ ਕੁਝ ਏਰੀਆ ਇਦਾਂ ਦੇ ਆ ਜਿੱਥੇ ਇਲੈਕਸ਼ਨ ਨਾਲ ਕੋਈ ਸਿੱਧਾ ਜਾਂ ਸਿੱਧੇ ਤੌਰ ਤੇ ਕੋਈ ਸੰਬੰਧ ਨਹੀਂ ਹੈ ਬਟ ਉੱਥੇ ਵੀ ਕੈਸ਼ ਅਵੇਲੇਬਲ ਹੈ ਮੇ ਵੀ ਇਹ ਪੋਸੀਬਲ ਹੋ ਸਕਦਾ ਕਿ ਫਰੀਦਾਬਾਦ ਦੇ ਏਰੀਆ ਦੇ ਵਿੱਚ ਉਹਨਾਂ ਨੇ ਕਦੋਂ ਚੈੱਕ ਕੀਤਾ ਔਰ ਕੀ ਉਹਦੇ ਅਵੇਲੇਬਿਲਿਟੀ ਸੀ ਇਹ ਵੀ ਕੰਸਰਨ ਹੁੰਦਾ ਕਿ ਉਸ ਟਾਈਮ ਕੈਸ਼ ਨਾ ਹੋਵੇ ਲੇਕਿਨ ਜੇ ਤੁਸੀਂ ਦਿੱਲੀ ਦੀ ਗੱਲ ਵੀ ਕਰੋ ਦਿੱਲੀ ਦੇ ਵਿੱਚ ਇਲੈਕਸ਼ਨ ਦਾ ਕੋਈ ਮਾਹੌਲ ਨਹੀਂ ਹੈ ਲੇਕਿਨ ਦਿੱਲੀ ਦੇ ਵਿੱਚ ਇਦਾਂ ਦੀ ਪ੍ਰੋਬਲਮ ਨਹੀਂ ਆ ਰਹੀ ਮੈਨੂੰ ਇੱਕ ਦੋ ਬੰਦਿਆਂ ਤੋਂ ਪਤਾ ਚੱਲਿਆ ਲੇਕਿਨ ਓਵਰਆਲ ਦੀ ਸਿਚੁਏਸ਼ਨ ਮੈਂ ਫੈਕਟਸ ਦੇ ਉੱਪਰ ਗੱਲ ਕਰਾਂ ਤਾਂ ਉਹ ਸਹੀ ਨਹੀਂ ਹੋਏਗਾ ਕਿਉਂਕਿ ਫੈਕਟਸ ਮੇਰੇ ਕੋਲ ਹਲੇ ਨਹੀਂ ਹੈਗੇ ਲੇਕਿਨ ਜੇ ਤੁਸੀਂ ਲੋਕਾਂ ਦੀ ਗੱਲ ਕਰੋ ਮੈਨੇਜਰਸ ਦੀ ਗੱਲ ਕਰੋ ਏਟੀਐਮਸ ਦੇ ਉੱਪਰ ਬਾਹਰ ਜਿਹੜੇ ਲਾਈਨਾਂ ਲੱਗੀਆਂ ਉਹਨਾਂ ਦੀ ਗੱਲ ਕਰੋ ਤਾਂ ਉਹਨਾਂ ਲੋਕਾਂ ਦਾ ਇਹੀ ਕਹਿਣਾ ਹੈ ਕਿ ਕੈਸ਼ ਦੇ ਵਿੱਚ ਦਿੱਕਤ ਨਹੀਂ ਆ ਰਹੀ ਅਸੀਂ ਤਾਂ ਦੁਬਾਰਾ ਲੈਣ ਆਏ ਹਾਂ ਸੋ ਕਿਤੇ ਨਾ ਕਿਤੇ ਇਲੈਕਸ਼ਨ ਨਾਲ ਕੰਪੇਅਰ ਕਰਕੇ ਮੈਨੂੰ ਨਹੀਂ ਲੱਗਦਾ ਇਦਾਂ ਹੋਏਗਾ ਇਲੈਕਸ਼ਨ ਹੈ ਉੱਥੇ ਏਟੀਐਮ ਸਾਰੇ ਭਰ ਦੋ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ ਕੈਸ਼ ਫਲੋ ਜਿਹੜਾ ਕੈਸ਼ ਦਾ ਇਨਫਲੋ ਹੈ ਉਹ ਸਾਰੇ ਇਕੁਅਲੀ ਜਾਂਦਾ ਹੈ ਕੋਈ ਏਦਾਂ ਦੀ ਗੱਲ ਨਹੀਂ ਹੈ ਕਿ ਕਿਤੇ ਇੱਕ ਸਪੈਸੀਫਿਕ ਏਰੀਆ ਆਈ ਡੋਨਟ ਥਿੰਕ ਸੋ ਸੀਪੀ ਸਿੰਘ ਜੀ ਇਕੁਅਲੀ ਜਾਂਦਾ ਵਾ ਕੈਸ਼ ਦੇ ਫਲੋ ਨੂੰ ਮੈਨੂਪੂਲੇਟ ਕੀਤਾ ਜਾ ਸਕਦਾ ਤੁਸੀਂ ਜੋ ਆਪਣਾ ਕਾਮਨ ਚੈਟ ਰੂਮ ਹੈ ਉੱਤੇ ਜਵਾਬ ਪੜ ਸਕਦੇ ਜੋ ਫਰੀਦਾਬਾਦ ਕੋਈ ਦਿੱਲੀ ਤੋਂ ਇੰਨਾ ਦੂਰ ਨਹੀਂ ਆ ਕਿ ਤੁਸੀਂ ਇਹ ਕਹਿ ਦੋ ਕਿ ਫਰੀਦਾਬਾਦ 'ਚ ਪ੍ਰੋਬਲਮ ਆ ਰਹੀ ਹੈ ਦਿੱਲੀ 'ਚ ਨਹੀਂ ਆ ਰਹੀ ਪਰ ਮੇਰੇ ਸਵਾਲ ਦਾ ਜਵਾਬ ਅੱਜ ਕਿ ਮੈਨੂੰ ਸਿਰਫ ਅੱਧਾ ਮਿੰਟ ਕਰਨਾ ਕਿਉਂਕਿ ਮੈਂ ਵੀ ਚੰਡੀਗੜ੍ਹ ਦੇ ਨਜ਼ਦੀਕ ਵਾਲੇ ਸ਼ਹਿਰ ਦੇ ਵਿੱਚ ਵਸਦਾ ਇਸ ਕਰਕੇ ਸਿਰਫ ਅੱਧਾ ਮਿੰਟ ਮੈਨੂੰ ਚਾਹੀਦਾ ਉਸ ਤੋਂ ਬਾਅਦ ਬਾਕੀ ਦਾ ਦੋਸਤ ਗੱਲ ਕਰ ਲੈਣਗੇ ਮੈਨੂੰ ਨਹੀਂ ਪਤਾ ਮੈਂ ਤੱਥਾਂ ਦੇ ਆਧਾਰ ਦੇ ਉੱਤੇ ਕਿਸੇ ਰਿਪੋਰਟ ਦੇ ਆਧਾਰ ਦੇ ਉੱਤੇ ਇਹ ਨਹੀਂ ਕਹਿ ਸਕਦਾ ਕਿ ਚੰਡੀਗੜ੍ਹ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਜਾਣਬੁੱਝ ਕੇ ਧਨ ਜਿਹੜਾ ਅਵੇਲੇਬਲ ਕਰਾਇਆ ਬੈਂਕਾਂ ਨੂੰ ਮੈਂ ਇਸ ਗੱਲ ਦੀ ਵੀ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਪੰਜਾਬ ਯੂਪੀ ਜਾਂ ਬਾਕੀ 3 ਸਟੇਟਾਂ ਜਿਨ੍ਹਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਉੱਥੇ ਸਰਕਾਰ ਇਸੇ ਤਰ੍ਹਾਂ ਦੇ ਨਾਲ ਮੁਕਾਬਲਤਨ ਵੱਧ ਧਨ ਜਿਹੜਾ ਉਹ ਅਵੇਲੇਬਲ ਕਰਵਾ ਦੇਵੇਗੀ ਮੈਂ ਸਿਰਫ ਇਹਦੇ ਬਾਰੇ ਇੱਕੋ ਟਿੱਪਣੀ ਕਰਾਂਗਾ ਕਿ ਜੇ ਇਸ ਤਰ੍ਹਾਂ ਵਾਪਰਿਆ ਚੰਡੀਗੜ੍ਹ ਦੇ ਵਿੱਚ ਜਾਂ ਚੋਣਾਂ ਦੇ ਨੇੜੇ ਜਾ ਕੇ ਪੰਜਾਬ ਸਮੇਤ ਬਾਕੀ 5 ਰਾਜਾਂ ਦੇ ਵਿੱਚ ਇਹ ਗੱਲ ਵਾਪਰਦੀ ਹੈ ਤਾਂ ਇਹਦੇ ਨਾਲ ਆਰਬੀਆਈ ਦੀ ਜਿਹੜੀ ਸੁਤੰਤਰਤਾ ਵਾ ਉਹ ਪੂਰੀ ਤਰ੍ਹਾਂ ਖਤਮ ਹੋਈ ਮੰਨੀ ਜਾਏਗੀ ਔਰ ਆਰਬੀਆਈ ਦੀ ਸੁਤੰਤਰਤਾ ਖਤਮ ਕਰਕੇ ਪ੍ਰਧਾਨ ਮੰਤਰੀ ਜੇ ਆਪਣੇ ਆਪ ਦਾ ਕ੍ਰੈਡਿਟ ਲੈਣਾ ਚਾਹਵੇ ਮੇਰੇ ਮੁਤਾਬਕ ਇਹ ਡੈਮੋਕ੍ਰੇਸੀ ਦੇ ਪੱਖ ਤੋਂ ਵੀ ਬਹੁਤ ਗਲਤ ਆ ਆਰਥਿਕ ਨੀਤੀ ਦੇ ਪੱਖ ਤੋਂ ਵੀ ਬਹੁਤ ਗਲਤ ਆ ਔਰ ਸਾਰਿਆਂ ਤੋਂ ਵੱਡੀ ਸਦਾਚਾਰਕ ਪੱਖ ਤੋਂ ਬਹੁਤ ਗਲਤ ਹੈ ਵੈਸੇ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ ਸਾਡੇ ਪ੍ਰਧਾਨ ਮੰਤਰੀ ਦਾ ਕੋਈ ਬਹੁਤਾ ਸਦਾਚਾਰ ਹੈ ਨਹੀਂ ਹੈ ਜਿਸ ਤਰੀਕੇ ਦੇ ਨਾਲ ਉਹ ਬਿਹੇਵ ਕਰਦੇ ਨੇ ਅਜੀਤ ਜੀ ਤੇ ਜਾਣਾ ਚਾਹੂੰਗਾ ਪਰ ਅਜੀਤ ਜੀ ਤੋਂ ਪਹਿਲੇ ਕਾਲਰ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਜੀ ਲਾਸਟ 4 ਨੰਬਰ ਨੇ 1170 ਹਾਂਜੀ ਸਤਿ ਸ੍ਰੀ ਅਕਾਲ ਸਾਰੇ ਆਪਣਾ ਪੈਨਲਿਸਟ ਹਨ ਵੀ ਮੈਂ ਜਿਹੜੀ ਗੱਲ ਕਰ ਰਿਹਾ ਤੁਸੀਂ ਆਪਣੇ ਨੋਟਾਂ ਪਰ ਦੇਖੋ ਕੋਈ ਬੰਦਾ ਪਬਲਿਕਲੀ ਆ ਕੇ ਟੈਲੀਵਿਜ਼ਨ ਤੇ ਬੋਲਣ ਨੂੰ ਤਿਆਰ ਨਹੀਂ ਵੀ ਮੈਂ ਤੇ ਕੋਈ ਐਕਸ਼ਨ ਲਊਂਗਾ ਜਾਂ ਕੁਛ ਵੀ ਜਿਹੜਾ ਵੀ ਹਜੇ ਤੱਕ ਵੀ 2 ਦਿਨ ਹੀ ਰਹਿ ਗਏ ਆ 2 ਦਿਨਾਂ 'ਚ ਵੀ ਇਹ ਕੰਮ ਠੀਕ ਨਹੀਂ ਹੋਣਾ ਜਦ ਹਜੇ ਤੱਕ ਨਹੀਂ ਲੋਕਾਂ ਨੂੰ ਪੈਸੇ ਮਿਲ ਰਹੇ ਤੁਸੀਂ ਦੇਖੋ ਵੈਸਟਰਨ ਯੂਨੀਅਨ ਬਾਹਰਲੀ ਗੌਰਮੈਂਟ ਰੈਕਗਨਾਈਜ਼ਡ ਦੂਜੀ ਏਜੰਸੀ ਜਿਹੜੀ ਭੇਜੀ ਬਾਹਰੋਂ ਪੈਸੇ ਜਾਂਦੇ ਆ ਲੋਕਾਂ ਨੂੰ ਉਹ ਮਿਲਣੇ ਚਾਹੀਦੇ ਆ ਔਨ ਦਾ ਸਪੌਟ ਕਿਉਂ ਨਹੀਂ ਮਿਲ ਰਹੇ ਉਹ ਪੈਸੇ ਜੇ ਇਹ ਚਾਹੁੰਦੇ ਆ ਮੈਨੂੰ ਇਹ ਨਹੀਂ ਪਤਾ ਦਿਲ ਰਾਤ ਉਹਨਾਂ ਦਾ ਜਿਹੜਾ ਇਹ ਗੱਲ ਇਹ ਕਹਿੰਦੇ ਆ ਵੀ ਦੇਖੋ ਸਾਰਾ ਕੁਝ ਠੀਕ ਹੋ ਜਾਣਾ ਠੀਕ ਹੋਣ ਪਹਿਲਾਂ ਪਲੈਨਿੰਗ ਇਹਦੀ ਕਰੀਦੀ ਆ ਵੀ ਇਸ ਕੰਮ ਦੀ ਜਾਂ ਬਾਅਦ 'ਚ ਵੀ 6 ਮਹੀਨੇ ਲੋਕਾਂ ਨੂੰ ਤੰਗ ਕਰਕੇ ਇਹਦੀ ਪਹਿਲਾਂ ਸੋਚਣਾ ਚਾਹੀਦਾ ਸੀ ਮੋਦੀ ਗੌਰਮੈਂਟ ਨੂੰ ਵੀ ਮੋਦੀ ਜਿੱਦਾਂ ਕਹਿੰਦਾ ਵੀ ਮੈਂ ਹਜੇ ਤੱਕ ਵੀ ਨਹੀਂ ਕਰ ਰਿਹਾ ਵੀ ਉਹਨੂੰ ਇਕੱਲੇ ਨੂੰ ਪਤਾ ਸੀ ਸਾਰਿਆਂ ਬੰਦਿਆਂ ਨੂੰ ਪਤਾ ਸੀ ਕਿੱਥੋਂ ਆਹ ਪੈਸੇ ਜਿਹੜਾ ਨਵੇਂ ਨੋਟ ਹੈ ਵੱਡੇ ਬੰਦਿਆਂ ਕੋਲ ਨਿਕਲ ਰਹੇ ਆ ਤੇ ਜਹਾਜ਼ ਜਾਂਦੇ ਆ ਵੀ ਜਿੱਥੇ ਟੈਕਸ ਨਹੀਂ ਲੱਗਣਾ ਇਹ ਸਾਰਾ ਕੁਛ ਇਹਨੀ ਪਲੈਨਿੰਗ ਕਰਕੇ ਜਿਹੜੇ ਯੂਪੀ ਵਿੱਚ ਇਲੈਕਸ਼ਨ ਸੀ ਉਹਦੇ ਖਾਤਰ ਮੋਦੀ ਜੀ ਨੇ ਕੀਤਾ ਇਹ ਸਿਰਫ ਆਪਣੇ ਬਲੈਕ ਧੰਦਾ ਕੱਢਣ ਵਾਸਤੇ ਨਹੀਂ ਜਿਹੜਾ ਲੋਕਾਂ ਦਾ ਦੂਜੇ ਪਾਸੇ ਨੂੰ ਮਨ ਪਾਉਣ ਵਾਸਤੇ ਜਿਹੜਾ ਧੰਦਾ ਸਵਿਟਜ਼ਰਲੈਂਡ 'ਚੋਂ ਲੈ ਕੇ ਆਉਣਾ ਸੀ ਉਹਦੇ ਖਾਤਰ ਇੱਥੇ ਇੰਡੀਆ ਵਿੱਚ ਦਾ ਸ਼ੁਰੂ ਕਰਤਾ ਗੱਲ ਤਾਂ ਹੈਗੀ ਉਹ ਜਿਹੜੇ ਸਵਿਟਜ਼ਰਲੈਂਡ ਦੇ ਅਕਾਊਂਟ ਆ ਉਹਨਾਂ ਨੂੰ ਕਿਉਂ ਨਹੀਂ ਹੱਥ ਪਾ ਰਿਹਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਥੈਂਕ ਯੂ ਸਰ ਅਜੀਤ ਜੀ ਮੇਰਾ ਇਹ ਹੀ ਹੈ ਥੈਂਕ ਯੂ ਅਜੀਤ ਜੀ ਪਲੀਜ਼
ਹਰਪ੍ਰੀਤ ਜੀ, ਜੇ ਤਾਂ ਆਮ ਇੱਕ ਧਾਰਨਾ ਜੋ ਬਣੀ ਹੋਈ ਹੈ ਕਿ ਪੋਲੀਟੀਸ਼ੀਅਨ ਕੁਝ ਵੀ ਕਰ ਸਕਦੇ ਨੇ, ਉਸ ਹਿਸਾਬ ਤੋਂ ਆਪਾਂ ਹਰ ਇੱਕ ਜਿਹੜੀ ਮੈਨੂਪੂਲੇਸ਼ਨ ਆ ਉਹਦੇ ਬਾਰੇ ਆਪਾਂ ਕੋਈ ਇਨਕਾਰ ਨਹੀਂ ਕਰ ਸਕਦੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੋਂ ਆਪਾਂ ਨੂੰ ਇਹ ਰਿਪੋਰਟ ਆ ਰਹੀ ਹੈ ਕਿ ਇੱਥੇ ਬਿਲਕੁਲ ਕੈਸ਼ ਹੈ ਨਹੀਂ ਏਟੀਐਮਸ ਦੇ ਵਿੱਚ, ਉੱਥੇ ਤਾਂ ਕੋਈ ਲੋਕਾਂ ਦੀਆਂ ਸ਼ਿਕਾਇਤਾਂ ਕੋਈ ਲੰਮੀਆਂ ਚੌੜੀਆਂ ਨਹੀਂ ਆ ਰਹੀਆਂ, ਤੇ ਨਾ ਹੀ ਉੱਥੇ ਏਡੀਆਂ ਵੱਡੀਆਂ ਲੰਮੀਆਂ ਲਾਈਨਾਂ ਨਜ਼ਰ ਆਉਂਦੀਆਂ ਨੇ। ਪਰ ਅਜੀਤ ਜੀ, ਕਿੱਥੋਂ ਦੀ ਗੱਲ ਕਰ ਰਹੇ ਹੋ? ਕਿੱਥੋਂ ਦੀ ਗੱਲ ਕਰ ਰਹੇ ਹੋ ਤੁਸੀਂ? ਫਰੀਦਾਬਾਦ ਕਦੋਂ ਲਾਈਨਾਂ ਦੇਖ ਲੀਆਂ? ਥੋੜਾ ਜਿਹਾ ਮੈਨੂੰ ਇਹ ਵੀ ਦੱਸੋਗੇ। ਮੈਂ ਕਹਿੰਦਾ ਵੀ ਕਿਤੇ ਵੀ ਜਿਹੜੀ ਹੈਗੀ ਜਦੋਂ ਤੁਸੀਂ ਹੋਰ ਵੀ ਸਾਰਾ ਨਿਊਜ਼ ਦੇਖੋ ਉੱਥੇ ਦੀ, ਉੱਥੇ ਕੋਈ ਕੁਝ ਵੀ ਇਹੋ ਜਿਹਾ ਨਹੀਂ ਆ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਆ ਰਿਹਾ ਸੀ। ਮੈਂ ਤੁਹਾਡੇ ਸਾਹਮਣੇ ਚੈਟ ਰੂਮ 'ਚ ਮੈਸੇਜ ਪਾਏ ਹੋਏ ਨੇ, ਜੇ ਤੁਸੀਂ ਕਹੋ ਮੈਂ ਉਹ ਸਾਰੇ ਮੁੰਡੇ ਕੁੜੀਆਂ ਨੂੰ ਕਾਲ ਤੇ ਵੀ ਲੈ ਆਉਣਾ, ਤੁਸੀਂ ਉਹਨਾਂ ਤੋਂ ਸਵਾਲ ਆਪ ਪੁੱਛ ਸਕਦੇ ਜੋ। ਤੇ ਦੂਸਰੀ ਗੱਲ ਜਿਹੜੀ ਹੈਗੀ ਆ, ਠੀਕ ਹੈ ਤੁਹਾਡੀ ਪਰਸੈਪਸ਼ਨ ਹੈ, ਪਰ ਮੈਂ ਵੀ ਦੱਸ ਰਿਹਾ ਕਿ ਮੈਂ ਜੋ ਨਹੀਂ, ਮੈਂ ਪਰਸੈਪਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਪਰਸੈਪਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰਕੇ ਤੁਹਾਨੂੰ ਮੈਸੇजेस ਕਾਪੀ ਪੇਸਟ ਮਾਰੇ ਨੇ, ਤੁਸੀਂ ਦੇਖ ਸਕਦੇ ਜੋ। ਜੇ ਤੁਸੀਂ ਕਹੋ ਆਪਾਂ ਉਹਨਾਂ ਨੂੰ ਲਾਈਵ ਲੈ ਕੇ ਗੱਲ ਕਰ ਲੈਂਦੇ ਆ, ਤੁਸੀਂ ਉਹਨਾਂ ਨੂੰ ਸਿੱਧੇ ਸਵਾਲ ਜਵਾਬ ਕਰ ਲਿਓ। ਮੈਂ ਇਹ ਕਹਿਣਾ ਕਿ ਬੇਸ਼ੱਕ ਹੁਣੀ ਤਾਂ ਆਪਾਂ ਨਹੀਂ ਲੈ ਸਕਦੇ, ਤਾਂ ਜ਼ਰੂਰ ਚਾਹੇ ਕੱਲ ਤੱਕ ਤੁਸੀਂ ਦੇਖੋ, ਉਹਨਾਂ ਨੂੰ ਲੋਕਾਂ 'ਚ ਜਾਣ ਦਿਓ, ਉੱਥੋਂ ਜਾ ਕੇ ਦੱਸਣ। ਹੋ ਸਕਦਾ ਉਹਨਾਂ ਦਾ ਪਰਸਨਲ ਐਕਸਪੀਰੀਅੰਸ ਹੋਵੇ। ਮੈਂ ਇਹ ਵੀ ਨਹੀਂ ਕਹਿੰਦਾ ਕਿ ਬਿਲਕੁਲ ਸਾਰਾ ਕੁਝ ਠੀਕ ਹੋ ਗਿਆ ਹੈ। ਮੈਂ ਜਿਹੜੀ ਤੁਹਾਨੂੰ ਦੂਜੀ ਗੱਲ ਕਹਿਣੀ ਚਾਹੁੰਦਾ ਕਿ ਉਹਦੇ ਨਾਲੋਂ ਵੱਧ ਸ਼ਿਕਾਇਤਾਂ ਉੱਥੋਂ ਆ ਰਹੀਆਂ ਨੇ ਨੋਟ ਨਾ ਹੋਣ ਦੀਆਂ, ਜਿੱਥੋਂ ਆਪਾਂ ਜਿਹੋ ਜੀ ਮੈਨੂਪੂਲੇਸ਼ਨ ਦੀ ਗੱਲ ਕਰਦੇ ਹਾਂ ਯੂਪੀ ਬਾਰੇ, ਉੱਥੇ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਨੇ। ਫਿਰ ਜੇ ਇਹ ਮੈਨੂਪੂਲੇਸ਼ਨ ਦੀ ਗੱਲ ਪੂਰਨ ਰੂਪ 'ਚ ਸਹੀ ਹੋਵੇ ਤਾਂ ਉੱਥੇ ਤਾਂ ਬਿਲਕੁਲ ਸ਼ਿਕਾਇਤ ਦੂਰ ਹੋ ਜਾਣੀ ਚਾਹੀਦੀ ਸੀ। ਯੂਪੀ ਦੇ ਵਿੱਚ ਤਾਂ ਹੁਣ ਤੱਕ ਉੱਥੇ ਤਾਂ ਪੈਸੇ ਦੇ ਭੰਡਾਰ ਲੱਗ ਜਾਣੇ ਚਾਹੀਦੇ ਸੀ, ਪਰ ਉੱਥੇ ਦੂਸਰੀਆਂ ਥਾਵਾਂ ਨਾਲੋਂ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਨੇ। ਵੈਰੀ ਗੁੱਡ ਪੁਆਇੰਟ। ਇਹ ਵੀ ਤਾਂ ਮੰਨਣਾ ਪਊਗਾ ਕਿ ਜੇ ਮੋਦੀ ਸਾਹਿਬ ਕੁਝ ਚੀਜ਼ਾਂ ਨੂੰ ਮੈਨੂਪੂਲੇਟ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਤਾਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਵੀ ਉਹ ਗੱਲਾਂ ਨੂੰ ਜਿਹੜੀਆਂ ਪੈਸੇ ਦੀ ਅਣਹੋਂਦ ਹੈ ਉਹਨੂੰ ਵਧਾ ਚੜਾ ਕੇ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਸਕਦੇ ਨੇ ਜਿਹਦੇ ਨਾਲ ਇਹ ਡੀਮੋਨੇਟਾਈਜੇਸ਼ਨ ਤੋਂ ਨੈਗੇਟਿਵ ਜਿਹੜਾ ਹੈਗਾ ਮੈਸੇਜ ਜਾ ਸਕਦਾ ਹੋਵੇ ਪਬਲਿਕ ਦੇ ਵਿੱਚ। ਸੋ ਜੇ ਮੈਨੂਪੂਲੇਸ਼ਨ ਦੋਵੇਂ ਪਾਸੇ ਹੁੰਦੀ ਹੈ, ਜੇ ਅਸੀਂ ਸਰਕਾਰ ਤੇ ਇਹ ਇਲਜ਼ਾਮ ਲਾਉਨੇ ਆ ਕਿ ਸਰਕਾਰ ਇਲੈਕਸ਼ਨ ਦੇ ਹਿਸਾਬ ਨਾਲ ਪੈਸੇ ਕੰਟਰੋਲ ਕਰ ਸਕਦੀ ਆ, ਤੇ ਯੂਪੀ ਚੋਂ ਜੋ ਮੈਕਸਿਮਮ ਕੰਪਲੇਂਟਸ ਆ ਰਹੀ ਆ, ਕਿਤੇ ਨਾ ਕਿਤੇ ਦੋਵਾਂ ਚੀਜ਼ਾਂ ਸਾਨੂੰ ਬਰਾਬਰੀ ਕਰਕੇ ਵੇਖਣੀ ਪਊਗੀ, ਦੋਵਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਵੇਖਣਾ ਪਊਗਾ। ਸਾਡੇ ਨਾਲ ਕਾਲਰ ਜੁੜੇ ਸੀ ਜਿਨ੍ਹਾਂ ਨੇ ਕੀ ਗੱਲ ਕੀਤੀ ਸਵਿਸ ਬੈਂਕ ਦੀ। ਸਵਿਸ ਬੈਂਕ ਦੀ ਪੈਸੇ ਕਿਉਂ ਨਹੀਂ ਲਿਆ ਸਕਦੇ ਜਾਂ ਇਨਫੋਰਮੇਸ਼ਨ ਕਿਉਂ ਨਹੀਂ ਜਨਤਕ ਕਰ ਸਕਦੇ, ਈਵਨ ਦੋ ਕਿ ਸਵਿਸ ਬੈਂਕ ਦੀਆਂ ਕੁਝ ਫਾਈਲਾਂ ਜਾਂ ਕੁਝ ਇਨਫੋਰਮੇਸ਼ਨ ਗਵਰਨਮੈਂਟ ਕੋ ਹੈਗੀ ਆ, ਪਰ ਇਟ ਆਲ ਡਿਪੈਂਡਸ ਔਨ ਅ ਕੰਟਰੈਕਟ। ਜੋ ਇੰਡੀਆ ਦਾ ਜੋ ਸਵਿਸ ਬੈਂਕ ਨੇ ਜਾਂ ਸਵਿਟਜ਼ਰਲੈਂਡ ਗਵਰਨਮੈਂਟ ਨੇ ਇੰਡੀਆ ਨੂੰ ਇਨਫੋਰਮੇਸ਼ਨ ਸਾਂਝੀ ਕੀਤੀ ਆ, ਉਹ ਕਿਹੜੇ ਕੰਟਰੈਕਟ ਦੇ ਅਧੀਨ ਸਾਂਝੀ ਕੀਤੀ ਆ, ਕਿ ਉਸ ਇਨਫੋਰਮੇਸ਼ਨ ਨੂੰ ਕੋਰਟ 'ਚ ਦਿੱਤਾ ਜਾ ਸਕਦਾ ਹੈ ਜਾਂ ਫਿਰ ਉਸ ਇਨਫੋਰਮੇਸ਼ਨ ਨੂੰ ਜਨਤਕ ਕੀਤਾ ਜਾ ਸਕਦਾ ਹੈ, ਇਹ ਸਭ ਕੰਟਰੈਕਟ ਤੇ ਡਿਪੈਂਡ ਕਰਦਾ ਸੀ। ਇਲੈਕਸ਼ਨ ਦੀਆਂ ਰੈਲੀਆਂ 'ਚ ਇਹ ਕਹਿਣਾ ਬੜਾ ਆਸਾਨ ਆ ਕਿ ਸਵਿਸ ਬੈਂਕ ਤੋਂ ਪੈਸੇ ਲਿਆਏ ਜਾ ਸਕਦੇ ਆ, ਪਰ ਇਨ ਰਿਐਲਿਟੀ ਤੁਹਾਨੂੰ ਕਾਫੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਥੋੜੀ ਜਿਹੀ ਮੈਂ ਗੱਲ ਅਖੀਰ 'ਚ ਆਪੋਜੀਸ਼ਨ ਦੀ ਗੱਲ ਕਰਨਾ ਚਾਹੂੰਗਾ। ਜੇ ਆਪੋਜੀਸ਼ਨ ਦੀ ਗੱਲ ਕਰੀਏ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਗੱਲ ਜਾਂ ਇਕਜੁੱਟ ਨਹੀਂ ਹੋ ਪਾ ਰਹੀਆਂ। ਜੇ ਕੱਲ ਕਾਂਗਰਸ ਨੇ ਆਪੋਜੀਸ਼ਨ ਦੀ ਇੱਕ ਮੀਟਿੰਗ ਬੁਲਾਈ ਸੀ, ਉਹਦੇ ਵਿੱਚ ਵੀ 6-7 ਪਾਰਟੀਆਂ ਨੂੰ ਛੱਡ ਕੇ ਜ਼ਿਆਦਾ ਪਾਰਟੀਆਂ ਨੇ ਸ਼ਮੂਲੀਅਤ ਨਹੀਂ ਕੀਤੀ। ਅੱਜ ਲਾਲੂ ਯਾਦਵ ਨੇ ਇੱਕ ਯੱਗ ਕਰਨ ਦੀ ਗੱਲ ਕੀਤੀ ਆ ਨੋਟਬੰਦੀ ਦੇ ਖਿਲਾਫ, ਪਰ ਉਹਦੇ ਵਿੱਚ ਵੀ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਨੇ ਸ਼ਮੂਲੀਅਤ ਨਾ ਕਰਨ ਦੀ ਗੱਲ ਕੀਤੀ ਆ। ਕੀ ਕਾਰਨ ਆ? ਈਵਨ ਦੋ ਕਿ ਬਾਰ-ਬਾਰ ਆਪੋਜੀਸ਼ਨ ਇਹ ਕਹਿ ਰਹੀ ਆ ਅਸੀਂ ਨੋਟਬੰਦੀ ਤੇ ਸਾਰੇ ਇਕੱਠੇ ਆ, ਪਰ ਕੀ ਕਾਰਨ ਆ ਕਿ ਫਿਰ ਵੀ ਆਪੋਜੀਸ਼ਨ ਇੱਕ ਮੰਚ ਤੇ ਨਹੀਂ ਇਕੱਠਾ ਹੋ ਪਾ ਰਹੀ? ਕਿ ਸਾਰੀ ਆਪੋਜੀਸ਼ਨ ਪਾਰਟੀਆਂ ਆਉਣ ਵਾਲੀਆਂ 2019 ਦੀਆਂ ਇਲੈਕਸ਼ਨਾਂ ਉੱਤੇ ਅੱਖ ਲਾ ਕੇ ਬੈਠੀਆਂ ਨੇ? ਜੇ ਮਮਤਾ ਬੈਨਰਜੀ ਦੀ ਗੱਲ ਕਰੀਏ, ਮਮਤਾ ਬੈਨਰਜੀ ਆਪਣੇ ਆਪ ਨੂੰ ਆਉਣ ਵਾਲੀ 2019 ਦੀਆਂ ਇਲੈਕਸ਼ਨਾਂ ਦੇ ਵਿੱਚ ਇੱਕ ਵਧੀਆ ਆਪੋਜੀਸ਼ਨ ਕਹਿ ਸਕਦੇ ਜੋ ਜਾਂ ਐਜ਼ ਅ ਆਲਟਰਨੇਟਿਵ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਿ ਇਹੀ ਰੀਜ਼ਨ ਆ ਕਿ ਸਾਰੀਆਂ ਪਾਰਟੀਆਂ ਇਕੱਠੇ ਹੋ ਨਹੀਂ ਪਾ ਰਹੀਆਂ, ਜਾਂ ਫਿਰ ਸਿਧਾਂਤਿਕ ਰੂਪ ਤੇ ਸਾਰੀਆਂ ਪਾਰਟੀਆਂ ਦੇ ਵਿਚਾਰ ਨਹੀਂ ਮਿਲਦੇ? ਜ਼ਿਆਦਾ ਸਮੇਂ ਨਹੀਂ ਬਚਿਆ, ਜੇ ਕੋਈ ਵੀ ਇਸ ਗੱਲ ਦਾ ਜਵਾਬ ਦੇਣਾ ਚਾਹੇ ਪਲੀਜ਼ ਗੋ ਅਹੈਡ।
ਹਰਪ੍ਰੀਤ ਜੀ ਮਿੰਟ ਇਸ ਦਿਓ, ਉਸ ਚੀਜ਼ ਤੋਂ ਦੇ ਬਾਅਦ ਵਿੱਚ ਸਾਰਾ ਬੜੀ ਟਾਈਮ ਬਾਕੀ ਸਪਸ਼ਟ ਚੀਜ਼ ਦੋਸਤਾਂ ਹੋ ਨੂੰ ਦੇ ਜਾਂਦੀ ਦੇਣਾ ਹੈ ਪਲੀਜ਼। ਕਿ ਇਹਦੀ ਵਿਰੋਧਤਾ ਹਰਪ੍ਰੀਤ ਵਾਸਤੇ ਜੀ, ਪਾਰਟੀਆਂ ਜਿਹੜੀਆਂ ਕਿੰਨੀ ਕੁ ਸਿੰਸੀਅਰ ਨੇ। ਚਲੋ ਅਜੀਤ ਹਰ ਜੀ ਇੱਕ ਨੂੰ ਦਿਓ ਜੀ ਪਾਰਟੀ ਦੋਨਾਂ ਆਪਣੇ ਲੈਂਦੇ ਟਾਈਮ, ਬਾਕੀ ਮੈਂ ਬਾਅਦ ਚ ਬੋਲ ਲਵਾਂਗਾ। ਆਪਣੇ ਪੋਲੀਟੀਕਲ ਫਾਇਦੇ ਨੁਕਸਾਨ ਨਾਲ ਚੱਲ ਰਹੀ ਹੈ, ਕੋਈ ਲੋਕਾਂ ਦੀ ਪ੍ਰਤੀ ਸਿੰਸੀਅਰ ਹੋ ਕੇ ਨਹੀਂ ਚੱਲ ਰਿਹਾ। ਔਰ ਇਸ ਚੀਜ਼ ਤੋਂ ਇਹ ਉਹਨਾਂ ਦੀ ਇਮਾਨਦਾਰੀ ਜਾਂ ਉਹ ਜਿੰਨਾ ਹੱਲਾ ਗੁੱਲਾ ਮਚਾ ਰਹੇ ਨੇ ਡੀਮੋਨੇਟਾਈਜੇਸ਼ਨ ਤੇ, ਉਹ ਕਿੰਨਾ ਕੁ ਤੱਥਾਂ ਤੇ ਆਧਾਰਿਤ ਹੋ ਸਕਦਾ ਹੈ, ਇਸ ਚੀਜ਼ ਦਾ ਕਿਆਫਾ ਜ਼ਰੂਰ ਲਗਾਇਆ ਜਾ ਸਕਦਾ ਹੈ। ਹਰਪ੍ਰੀਤ ਜੀ ਮੈਂ ਅੱਧਾ ਮਿੰਟ ਚਾਹੂੰਗਾ ਜੀ ਸਿਰਫ। ਵੇਖੋ ਗੱਲ ਇਹ ਆ ਕਿ ਸਾਨੂੰ ਪਰਸੈਪਸ਼ਨ ਦੇ ਆਧਾਰ ਦੇ ਉੱਤੇ ਗੱਲਾਂ ਕਰਨ ਦੀ ਜ਼ਰੂਰਤ ਨਹੀਂ। ਮੈਂ ਤੁਹਾਨੂੰ ਤੱਥ ਦੇ ਆਧਾਰ ਦੇ ਉੱਤੇ ਕਿਹਾ ਕਿ ਸ਼ਿਮਲੇ ਤੇ ਚੰਡੀਗੜ੍ਹ ਦੇ ਵਿੱਚ ਕੀ ਫਰਕ ਹੈ। ਮੈਨੂੰ ਸ਼ਿਮਲੇ ਜਾ ਕੇ ਇਸੇ ਮੁੱਦੇ ਦੇ ਉੱਤੇ ਮੋਦੀ ਦੇ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਪਈ, ਕਿਉਂਕਿ ਸ਼ਿਮਲੇ ਦੇ ਹਾਲਾਤ ਮੈਨੂੰ ਚੰਡੀਗੜ੍ਹ ਵਰਗੇ ਜਾਂ ਪੰਜਾਬ ਵਰਗੇ ਨਹੀਂ ਲੱਗੇ। ਮੈਨੂੰ ਨਹੀਂ ਲੱਗਦਾ ਸਾਨੂੰ ਪਰਸੈਪਸ਼ਨ ਦੇ ਆਧਾਰ ਦੇ ਉੱਤੇ ਚੱਲਣ ਦੀ ਜ਼ਰੂਰਤ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਤੱਥ ਆ ਕਿ ਜਦੋਂ ਤੁਸੀਂ 86% ਦੀ ਕਰੰਸੀ ਬਾਹਰ ਕਰ ਦਿੱਤੀ, ਜਿਹੜੀ ਨਵੀਂ ਕਰੰਸੀ ਛਪ ਕੇ ਆਈ ਆ, ਮੈਂ ਪਹਿਲਾਂ ਵੀ ਕਹਿ ਚੁੱਕਾ, ਮੈਨੂੰ ਨਹੀਂ ਪਤਾ ਕਿੰਨੀ ਆ ਗਈ ਆ, ਉਹਦੇ ਨਾਲ 20 ਬਣੀ ਆ, 30 ਬਣੀ ਆ, 18 ਬਣੀ ਆ। ਤੇ ਜਦੋਂ ਤੁਹਾਡੇ ਕੋਲੇ ਕਰੰਸੀ ਹੀ ਘੱਟ ਆ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਦੇਸ਼ ਦੇ ਵਿੱਚ ਕੁਝ ਲੋਕ ਬੈਂਕ ਤੋਂ ਜਾਏ ਬਿਨਾਂ ਐਵੇਂ ਗੱਲਾਂ ਕਰੀ ਜਾਂਦੇ ਨੇ। ਲੱਗਦਾ ਪਰਸੈਪਸ਼ਨ ਦੀ ਜ਼ਰੂਰਤ ਹੈ। ਇੱਕ ਗੱਲ ਮੈਂ ਸਿਰਫ ਇਹ ਕਹਿਣੀ ਚਾਹਾਂਗਾ, ਮੈਂ ਸ਼ੁਰੂ ਚ ਵੀ ਵੈਸੇ ਕਹਿ ਚੁੱਕਾ ਕਿ ਆਪੋਜੀਸ਼ਨ ਬਹੁਤ ਇਹ ਸਵਾਏ ਆਮ ਆਦਮੀ ਪਾਰਟੀ ਦੇ ਤੇ ਮਮਤਾ ਦੇ 100% ਦੀ ਕੋਈ ਖਿਲਾਫ ਨਹੀਂ ਆ। ਬਾਕੀ ਦੇ ਸਿਰਫ ਦਿੱਕਤਾਂ ਦੇ ਆਧਾਰ ਦੇ ਉੱਤੇ ਗੱਲ ਕਰ ਰਹੇ ਨੇ, ਔਰ ਦਿੱਕਤਾਂ ਦੇ ਆਧਾਰ ਦੇ ਉੱਤੇ ਗੱਲ ਕਰਨ ਵਾਲੀ ਆਪੋਜੀਸ਼ਨ ਦੇ ਸੰਕਟ ਹੋਰ ਨੇ। ਜੇ ਜੇਡੀਯੂ ਦੀ ਗੱਲ ਕਰੀਏ ਤਾਂ ਉਹਦੇ ਨਾਲ ਗੱਠਜੋੜ ਦੇ ਵਿੱਚ ਲਾਲੂ ਬਿਲਕੁਲ ਅਲੱਗ ਦਿਸ਼ਾ ਦੇ ਵਿੱਚ ਜਾ ਰਹੇ ਨੇ, ਨਤੀਸ਼ ਅਲੱਗ ਦਿਸ਼ਾ ਦੇ ਵਿੱਚ ਜਾ ਰਹੇ ਨੇ। ਔਰ ਇਹਦੇ ਚੋਂ ਇੱਕ ਗੱਲ ਬਹੁਤ ਕਲੀਅਰ ਆ ਕਿ ਮੋਦੀ ਦੀ ਮੂਵ 100% ਦੀ ਰੋਂਗ ਹੋਣ ਦੇ ਬਾਵਜੂਦ ਆਪੋਜੀਸ਼ਨ ਉਹਦਾ ਬਿਲਕੁਲ ਫਾਇਦਾ ਨਹੀਂ ਲੈ ਸਕੀ, ਕਿਉਂਕਿ ਆਪੋਜੀਸ਼ਨ ਦੇ ਵਿੱਚ ਕੋਈ ਏਕਤਾ ਨਹੀਂ। ਘੱਟੋ ਘੱਟ ਇੱਕ ਨਕਾਤੀ ਪ੍ਰੋਗਰਾਮ ਤੇ ਵੀ ਉਹਨਾਂ ਵਿੱਚ ਕੋਈ ਏਕਤਾ ਨਹੀਂ। ਲੈਫਟ ਮਮਤਾ ਨੂੰ ਬਰਦਾਸ਼ਤ ਨਹੀਂ ਕਰੇਗਾ ਔਰ ਮਮਤਾ ਲੈਫਟ ਨੂੰ ਬਰਦਾਸ਼ਤ ਨਹੀਂ ਕਰੇਗੀ। ਹਾਲਾਂਕਿ ਦਿੱਕਤਾਂ ਦੇ ਆਧਾਰ ਦੇ ਉੱਤੇ ਸਭ ਨੂੰ ਇਕੱਠੇ ਹੋ ਜਾਣਾ ਚਾਹੀਦਾ। ਦਿਲਰਾਜ ਸਿੰਘ ਜੀ ਐਂਡ ਸੀਪੀ ਸਿੰਘ ਜੀ ਅਖੀਰ ਚ। ਹਰਪ੍ਰੀਤ ਜੀ, ਆਪੋਜੀਸ਼ਨ ਦੀ ਜੇ ਆਪਾਂ ਗੱਲ ਕਰੀਏ, ਬਿਲਕੁਲ ਕਿਤੇ ਨਾ ਕਿਤੇ ਸਾਰੇ ਇੱਕੋ ਮੰਚ ਤੇ ਨਹੀਂ ਆ ਪਾ ਰਹੇ। ਕੱਲ ਜਿਹੜਾ ਕਾਂਗਰਸ ਨੇ ਇੱਕ ਜੁਆਇੰਟ ਮੀਟਿੰਗ ਜੀ ਸੱਦੀ ਸੀਗੀ, ਉੱਥੇ ਉਮੀਦ ਬਹੁਤ ਜ਼ਿਆਦਾ ਕੀਤੀ ਜਾ ਰਹੀ ਸੀ ਕਿ ਸਾਰੇ ਆਣਗੇ, ਪਰ ਫਿਰ ਵੀ ਨਹੀਂ ਆ ਸਕੇ। ਆਈਡੀਓਲੋਜੀ ਦਾ ਫਰਕ ਹੋ ਸਕਦਾ ਵਾ, ਜਾਂ ਜਿਹੜੀ ਤੁਸੀਂ ਗੱਲ ਕਹੀ ਕਿ ਹਰ ਬੰਦਾ ਆਪਣੇ ਆਪ ਨੂੰ ਦੂਜੀ ਪਾਰਟੀ ਤੋਂ ਸੁਪੀਰੀਅਰ ਦੱਸਣਾ ਚਾਹੁੰਦਾ ਹੈ। ਮਮਤਾ ਬੈਨਰਜੀ ਬਿਲਕੁਲ 2019 ਇਲੈਕਸ਼ਨ ਵਿੱਚ ਇੱਕ ਬਹੁਤ ਵੱਡਾ ਆਪਣੇ ਆਪ ਨੂੰ ਰੋਲ ਆਪਣਾ ਪਲੇ ਕਰਨਾ ਚਾਹੁੰਦਾ ਹੈ। ਅਰਵਿੰਦ ਕੇਜਰੀਵਾਲ ਸਾਹਿਬ ਵੀ PM ਬਣਨ ਦੇ ਸੁਪਨੇ ਦੇਖਦੇ ਨੇ। ਰਾਹੁਲ ਗਾਂਧੀ ਸਾਹਿਬ ਆਪਣੀ ਇੱਕ ਉਹਨਾਂ ਦਾ ਸੁਪਨਾ ਵਾ। ਹਰ ਬੰਦਾ ਆਪਣੇ ਆਪ ਨੂੰ ਮੇਨ ਲੀਡਰ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦਾ, ਬਾਕੀ ਸਾਰੀ ਆਪੋਜੀਸ਼ਨ ਪਾਰਟੀਆਂ ਤੇ। ਇਹੀ ਕਾਰਨ ਮੈਨੂੰ ਲੱਗਦਾ ਪਿਆ ਕਿ ਸਾਰੇ ਇੱਕੋ ਮੰਚ ਤੇ ਨਹੀਂ ਆ ਪਾ ਰਹੇ। ਬਿਲਕੁਲ ਹਰਪ੍ਰੀਤ ਜੀ, ਬਿਲਕੁਲ ਸਹੀ ਹੈ। ਹਰ ਇੱਕ ਨੂੰ ਆਪਣੇ ਆਪ ਨੂੰ ਸੁਪੀਰੀਅਰ ਦਿਖਾਉਣ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ, ਔਰ ਇਸੇ ਕਰਕੇ ਉਹਨਾਂ ਦੀ ਜਿਹੜੀਆਂ ਸੋਚ ਕਹਿ ਲਓ ਜਾਂ ਉਹਨਾਂ ਦੇ ਬਿਆਨ ਕਹਿ ਲਓ ਜਾਂ ਉਹਨਾਂ ਦੀ ਆਈਡੀਓਲੋਜੀ ਕਹਿ ਲਓ, ਇਹ ਸੇਮ ਨਹੀਂ ਹੋ ਪਾਉਂਦੀ। ਔਰ ਹਰ ਕੋਈ ਆਪਣਾ ਡੰਕਾ ਵਜਾਉਣ ਲਈ ਆਪਣੇ ਤਰੀਕੇ ਨਾਲ ਉਸ ਨੂੰ ਪਬਲਿਸਾਈਜ਼ ਕਰ ਰਿਹਾ ਹੈ। ਔਰ ਅਲਟੀਮੇਟਲੀ ਦੇਖੋ ਤਾਂ ਜੇ ਇਕਜੁੱਟ ਹੋ ਜਾਣ ਤਾਂ ਸ਼ਾਇਦ ਆਪੋਜੀਸ਼ਨ ਸਟਰੋਂਗ ਆਪੋਜੀਸ਼ਨ ਬਣ ਜੇ। ਅਦਰਵਾਈਜ਼ ਹਰ ਇੱਕ ਬੰਦਾ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਵਿੱਚ ਲੱਗਿਆ ਹੋਇਆ, ਔਰ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਬਹੁਤਾ ਜ਼ਿਆਦਾ ਸਾਰਿਆਂ ਨੂੰ ਕੰਬਾਈਨ ਬੈਨੀਫਿਟ ਮਿਲ ਪਾਏਗਾ। ਥੈਂਕ ਯੂ ਸੀਪੀ ਸਿੰਘ ਜੀ, ਦਿਲਰਾਜ ਜੀ, ਅਜੀਤ ਜੀ ਐਂਡ ਸਬਦੀਪ ਜੀ, ਐਂਡ ਥੈਂਕ ਯੂ ਸਾਰੇ ਦਰਸ਼ਕ ਜੋ ਸਾਡੇ ਨਾਲ ਜੁੜੇ ਹੋਏ ਸੀ। ਸਾਡੀ ਟੀਮ ਉਦਾਂ ਤੇ ਪੰਜਾਬ ਚ ਗਈ ਹੋਈ ਹੈ ਇਸ ਟਾਈਮ ਸਰਵੇ ਜਾਂ ਓਪੀਨੀਅਨ ਪੋਲ ਕਰਨ, ਜੋ ਕਿ ਤੁਸੀਂ ਹਰ ਵੀਕ ਸਾਡੇ ਟੀਵੀ ਚੈਨਲ ਤੇ ਦੇਖ ਰਹੇ ਹੋ। ਪਰ ਅਸੀਂ ਕੱਲ ਕੋਸ਼ਿਸ਼ ਕਰਾਂਗੇ ਕਿ ਦਿੱਲੀ ਤੋਂ ਜਾਂ ਫਰੀਦਾਬਾਦ ਤੋਂ ਲਾਈਵ ਤੁਹਾਨੂੰ ਦਿਖਾ ਸਕੀਏ, ਤੇ ਲਾਈਵ ਲੋਕਾਂ ਨਾਲ ਜਾਣ ਸਕੀਏ, ਤੇ ਲਾਈਵ ਲੋਕਾਂ ਨਾਲ ਗੱਲ ਕਰ ਸਕੀਏ ਕਿ ਕਿੱਥੇ ਇੱਕ ਸਿਚੁਏਸ਼ਨ, ਰੀਅਲ ਸਿਚੁਏਸ਼ਨ ਕਿੱਥੇ ਬਣੀ ਹੋਈ ਆ ਤੇ ਲੋਕਾਂ ਦੇ ਅਜੇ ਵੀ ਵਿਚਾਰ ਕੀ ਨੇ। ਇਹਦੇ ਨਾਲ ਹੀ ਮੈਨੂੰ ਤੇ ਸਾਡੀ ਸਾਰੀ ਟੀਮ ਨੂੰ ਦੋ ਇਜਾਜ਼ਤ। ਧੰਨਵਾਦ। ਥੈਂਕ ਯੂ।